ਮਾਨ ਸਾਹਿਬ ਕੋਲੇ ਵੀ ਅਪੀਲ ਕੀਤੀ ਗਈ ਸੀ। ਸੁਖਬੀਰ ਸਿੰਘ ਬਾਦਲ ਦੀ ਵੱਡੀ ਤਸਵੀਰ ਆਈ ਉਹਨਾਂ ਦੇ ਨਾਲ ਵੀ ਸਿੱਖ ਕਿਉਂ ਨਹੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ। देखो मान साहब एक चीज़ मैं कहांगी कि मान साहब तो महलों ਦੇ ਵਿੱਚ ਬੈਠੇ ਆ। ਤੁਹਾਡੇ ਬਜ਼ੁਰਗਾਂ ਦੇ ਸਮਾਨ ਨੇ, ਪਿਤਾ ਸਮਾਨ ਨੇ। ਤੁਸੀਂ ਕਦੇ ਜਾ ਕੇ ਦਰਦ ਪੁੱਛਿਆ ਨਹੀਂ ਵੀ ਮਾਨ ਸਾਹਿਬ ਵੀ ਕੀ ਬਲਵੰਤ ਸਿੰਘ ਰਾਜੋਆਣੇ ਦਾ ਲੱਗਦਾ ਨਹੀਂ ਵੀ ਉਹਨਾਂ ਨੇ ਕੌਮ ਲਈ ਕੁਝ ਕੀਤਾ? ਮਾਨ ਸਾਹਿਬ ਨੇ ਪਹਿਲਾਂ ਵੀ ਸਾਡਾ ਸਾਥ ਨਹੀਂ ਦਿੱਤਾ ਸੀ ਕਦੇ। ਪਰ ਮਾਨ ਸਾਹਿਬ ਤਾਂ ਅਜੇ ਤੱਕ ਕਹਿੰਦੇ ਆਏ ਨੇ ਵੀ ਉਹ ਤਾਂ ਹਰ ਇੱਕ ਦੀ ਮਦਦ ਕਰਦੇ ਆ, ਖਾਸ ਕਰਕੇ ਉਹ ਨੌਜਵਾਨਾਂ ਦੇ ਪਰਿਵਾਰਾਂ ਦੀ ਤਾਂ ਬਹੁਤ ਮਦਦ। ਵੀਰ ਜੀ ਰਾਜੋਆਣਾ ਜੀ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਇੱਥੇ 2010 ਦੇ ਆਏ ਹੋਏ ਆ ਜੀ। ਮਾਨ ਸਾਹਿਬ ਤੋਂ ਪਟਿਆਲੇ ਦਾ ਸਫ਼ਰ ਨਹੀਂ ਤੈਅ ਹੋਇਆ ਜੀ। ਮੈਂ ਤਾਂ ਬਹੁਤ ਕਿਹਾ ਸੀਗਾ ਕਿ ਮਾਨ ਸਾਹਿਬ ਮੈਂ ਤਾਂ ਤੁਹਾਡੀ ਧੀ ਹਾਂ, ਸਾਰੇ ਬੰਦੀ ਸਿੰਘਾਂ ਵੱਲੋਂ ਆਪਾਂ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਸੁਨੇਹਾ ਦਈਏ। ਕੀ ਉਹਦਾ ਕਾਰਨ ਇਹ ਵੀ ਹੋ ਸਕਦਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚੋਣ ਨਿਸ਼ਾਨ ਤੇ ਤੁਸੀਂ ਲੜ ਰਹੇ ਹੋ? ਜਦੋਂ ਅਕਾਲੀ ਸਰਕਾਰ ਬੇਅਦਬੀ ਹੋਈ ਆ, ਗੋਲੀ ਵੀ ਚੱਲੀ, ਬਹਿਬਲ ਕਲਾਂ ਕੋਟਪੁਰਾ ਗੋਲੀकांड, ਕਦੇ ਇਹਦੇ ਬਾਰੇ ਵੀ ਤੁਹਾਡੀ ਗੱਲਬਾਤ ਹੋਈ? ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਉੱਥੇ ਗਲਤੀ ਹੋਈ ਆ ਤਾਂ ਕਰਕੇ ਜਿਹੜਾ ਵੀ ਕੁਛ ਇਹਨਾਂ ਤੋਂ ਹੋਇਆ ਸੀਗਾ ਉਹ ਚੀਜ਼ ਨੂੰ ਦੇਖਣਾ ਚਾਹੀਦਾ ਸੀ ਜੀ, ਬਿਲਕੁਲ ਦੇਖਣਾ ਚਾਹੀਦਾ ਸੀ। ਜਿੱਥੇ ਜਿੱਥੇ ਵੀ ਗਲਤੀ ਹੋਈ ਆ ਉਹਨੂੰ ਗਲਤੀ ਨੂੰ ਮੰਨਣਾ ਵੀ ਚਾਹੀਦਾ ਸੀ ਤੇ ਸੁਧਾਰਨਾ ਵੀ ਚਾਹੀਦਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਮੁੱਦੇ ਬਹੁਤ ਨੇ, ਪੰਜਾਬ ਦੇ ਵਿੱਚ ਘਟਨਾਵਾਂ ਬਹੁਤ ਵਾਪਰ ਰਹੀਆਂ ਗਈਆਂ ਤੇ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਗਈਆਂ ਉਹ ਵੀ ਬਹੁਤ ਆ। ਪਰ ਖਾਸ ਕਰਕੇ ਜੇ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਜਾਂ ਸਮੂਹ ਪੰਜਾਬੀਆਂ ਦੀ ਗੱਲ ਕਰਦੇ ਹਾਂ, ਬਹੁਤ ਲੋਕਾਂ ਨੇ ਦਰਦ ਝੱਲੇ ਵੀ ਬਹੁਤ ਆ, ਚਾਹੇ ਉਹ ਸਿੱਖ ਹੋਣ, ਹਿੰਦੂ ਹੋਣ, ਮੁਸਲਿਮ ਹੋਣ। ਖਾਸ ਕਰਕੇ 84 ਦਾ ਜ਼ਖਮ ਜਦੋਂ ਯਾਦ ਕਰਦੇ ਹਾਂ, 84 ਨੂੰ ਜ਼ਖਮ ਅੱਲੇ ਹੋ ਜਾਂਦੇ ਆ ਬਹੁਤ ਸਾਰੇ ਪਰਿਵਾਰਾਂ ਦੇ। ਪਰ ਚੋਣਾਂ ਦੀ ਗੱਲ ਹੁੰਦੀ ਆ, ਰਾਜਨੀਤੀ ਦੀ ਗੱਲ ਹੁੰਦੀ ਆ ਤੇ ਹਰ ਪਾਰਟੀ ਆਪਣੇ ਤਰੀਕੇ ਦੇ ਨਾਲ ਰਾਜਨੀਤੀ ਖੇਡਦੀ ਵੀ ਆ। ਅਕਸਰ ਕਿਹਾ ਜਾਂਦਾ ਰਾਜਨੀਤੀ ਦੇ ਵਿੱਚ ਵੀ ਰਾਜਨੀਤੀ ਬੜੀ ਖਤਰਨਾਕ ਚੀਜ਼ ਆ, ਰਾਜਨੀਤੀ ਇਨਸਾਨ ਨੂੰ ਇਨਸਾਨ ਨਹੀਂ ਰੱਖਦੀ, ਇਨਸਾਨ ਨੂੰ ਹੈਵਾਨ ਬਣਾ ਦਿੰਦੀ ਆ। ਬਹੁਤ ਕੁਝ ਬਦਲਦਾ ਰਹਿੰਦਾ ਗਾ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਦਾ ਬਿਗਲ ਵੱਜਿਆ ਗਾ। ਹਾਲਾਂਕਿ ਇਹ ਇੱਕ ਜਿਮਨੀ ਚੋਣ ਆ, ਲੋਕ ਸਭਾ ਵਿਧਾਨ ਸਭਾ ਹਲਕਾ ਜੇ ਅਸੀਂ ਗੱਲ ਕਰਦੇ ਹਾਂ 9 ਵਿਧਾਨ ਸਭਾ ਹਲਕੇ ਆਉਂਦੇ ਨੇ ਤੇ ਇੱਕ ਲੋਕ ਸਭਾ ਹਲਕਾ ਵੱਡਾ ਸੰਗਰੂਰ ਜਿਮਨੀ ਚੋਣ ਹੋ ਰਹੀ ਆ। ਭਗਵੰਤ ਮਾਨ ਮੁੱਖ ਮੰਤਰੀ ਬਣੇ, ਉਹਨਾਂ ਕਰਕੇ ਜਿਹੜੀ MP ਦੀ ਸੀਟ ਆ ਉਹ ਖਾਲੀ ਹੋਈ। ਚੋਣ ਅਖਾੜੇ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵਰਸਿਸ ਦਲਵੀਰ ਗੋਲਡੀ। ਇੱਕ ਨਵਾਂ ਚਿਹਰਾ ਦਿੱਤਾ ਗਾ ਆਮ ਆਦਮੀ ਪਾਰਟੀ ਨੇ, ਗੁਰਮੇਲ ਸਿੰਘ, ਤੇ ਵਰਸਿਸ ਕਮਲਦੀਪ ਕੌਰ ਰਾਜੋਆਣਾ, ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦਿੱਤਾ ਗਾ। ਅੱਜ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਗੱਲਬਾਤ ਕਰਾਂਗੇ ਕਮਲਦੀਪ ਕੌਰ ਰਾਜੋਆਣਾ ਦੇ ਨਾਲ, ਜੋ ਬਲਵੰਤ ਸਿੰਘ ਰਾਜੋਆਣਾ ਦੇ ਭੈਣ ਜੀ ਨੇ। ਭੈਣ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆ, ਤੁਸੀਂ ਪਹਿਲਾਂ ਸਭ ਤੋਂ ਇੱਕ ਪੋਸਟ ਪਾਈ ਸੀ ਵੀ ਮੈਂ ਚੋਣਾਂ ਦੇ ਵਿੱਚ ਨਹੀਂ ਆਉਣਾ, ਫਿਰ ਕੀ ਕਾਰਨ ਰਿਹਾ ਚੋਣਾਂ ਦੇ ਵਿੱਚ ਆਉਣ ਦਾ? ਹਾਲਾਂਕਿ ਭਾਈ ਸਾਹਿਬ ਨੂੰ ਤੁਸੀਂ ਚਿੱਠੀ ਲਿਖੀ ਸੀ ਜਾਂ ਉਹਨਾਂ ਤੋਂ ਇੱਕ ਤੁਸੀਂ ਆਗਿਆ ਵੀ ਲਈ ਆ, ਪਰ ਉਸ ਤੋਂ ਪਹਿਲਾਂ ਤੁਹਾਨੂੰ ਮਨਾ ਲਿਆ ਗਿਆ ਸੀ ਅਕਾਲੀ ਦਲ ਵੱਲੋਂ, ਜਾਂ ਹੋਇਆ ਕੀ ਅਸਲ 'ਚ? ਸਭ ਤੋਂ ਪਹਿਲਾਂ ਤਾਂ ਇਹ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੇ ਇਸ ਵਾਰ ਆਦੇਸ਼ ਦਿੱਤਾ ਸੀਗਾ ਕਿ ਜਿਹੜੀ ਜਿਮਨੀ ਚੋਣ ਆ ਸੰਗਰੂਰ ਲੋਕ ਸਭਾ ਹਲਕੇ ਦੀ ਵੀ, ਇਹਦੇ 'ਚੋਂ ਬੰਦੀ ਸਿੱਖਾਂ ਦੇ ਪਰਿਵਾਰਾਂ ਨੂੰ ਟਿਕਟ ਦਿੱਤੀ ਜਾਵੇ, ਖੜਾ ਕੀਤਾ ਜਾਵੇ ਸਾਰੀਆਂ। ਫਿਰ ਉਸ ਤੋਂ ਬਾਅਦ ਸੰਤ ਸਮਾਜ ਦਾ ਵੀ ਇਹੀ ਬਿਆਨ ਆਇਆ, ਫਿਰ ਨਿਹੰਗ ਜਥੇਬੰਦੀਆਂ ਦਾ ਵੀ ਇਹੀ ਬਿਆਨ ਆਇਆ। ਫਿਰ ਸੰਤ ਸਮਾਜ ਤੇ ਜਿਹੜੇ ਬੰਦੀ ਸਿੱਖਾਂ ਦੇ ਪਰਿਵਾਰਾਂ ਵੱਲੋਂ ਆ ਕੇ ਸਾਨੂੰ ਘਰੇ ਮਤਲਬ ਉਮੀਦਵਾਰ ਐਲਾਨ ਦਿੱਤਾ ਗਿਆ। ਉਹਨਾਂ ਦੇ ਮਤਲਬ ਕਿਸੇ ਦੀ ਵੀ ਇਸ ਤੋਂ ਪਹਿਲਾਂ ਇਸ ਮੁੱਦੇ ਤੇ ਮਤਲਬ ਕਿ ਚੋਣਾਂ 'ਚ ਸਾਨੂੰ ਖੜਾ ਕਰਨਾ, ਕਿਸੇ ਦੀ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ, ਨਾ ਕਿਸੇ ਧਾਰਮਿਕ ਜਥੇਬੰਦੀ ਦੀ, ਨਾ ਹੀ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ। ਉਸ ਦਿਨ ਸਾਡੇ ਕੋਲ ਆਏ ਤੇ ਉਸ ਦਿਨ ਵੀ ਮੈਂ ਇਹੀ ਬੇਨਤੀ ਕੀਤੀ ਸੀਗੀ ਕਿ ਵੀ ਮੈਂ ਵੀਰ ਜੀ ਰਾਜੋਆਣਾ ਜੀ ਕੋਲ ਅਸੀਂ ਜਾਵਾਂਗੇ ਤੇ ਜੋ ਵੀ ਫੈਸਲਾ ਵੀਰ ਜੀ ਦਾ ਹੋਵੇਗਾ ਵੀ ਉਹ ਅਸੀਂ ਮਨਜ਼ੂਰ ਕਰਾਂਗੇ। ਫਿਰ ਇਹ ਸੀਗਾ ਕਿ ਸਾਰੇ ਮਤਲਬ ਕਿ ਜਿਹੜੀ ਆਪਣੇ ਬੰਦੀ ਸਿੱਖਾਂ ਦੇ ਪਰਿਵਾਰ ਸੀਗੇ ਕਹਿੰਦੇ ਸੀ ਕਿ ਸਾਂਝੇ ਉਮੀਦਵਾਰ ਦੇ ਤੌਰ ਤੇ, ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੋ। ਤੇ ਅਸੀਂ ਇਹ ਸੀ ਕਿ ਸਾਡੇ ਸਾਰੇ ਬੰਦੀ ਸਿੱਖਾਂ ਦੇ ਜਿਹੜੇ ਪਰਿਵਾਰ ਆ ਉਹ ਕੋਈ ਵੀ ਸਮਰੱਥ ਨਹੀਂ ਹੈਗਾ ਜੀ, ਕਿਉਂਕਿ ਦਹਾਕਿਆਂ ਤੱਕ ਸਾਡੇ ਪਰਿਵਾਰਾਂ ਨੇ ਸੰਤਾਪ ਹੰਢਾਇਆ ਗਾ ਤੇ ਅਸੀਂ ਇਸ ਸਮਰੱਥਾ 'ਚ ਹੀ ਨਹੀਂ ਹੈਗੇ ਕਿ ਮਤਲਬ ਆਜ਼ਾਦ ਤੌਰ ਤੇ ਚੋਣ ਲੜ ਸਕੀਏ। ਤੇ ਫਿਰ ਉਸ ਤੋਂ ਬਾਅਦ ਜਦੋਂ ਫਿਰ ਮੈਂ ਪੋਸਟ ਪਾ ਦਿੱਤੀ ਕਿ ਅਸੀਂ ਤਾਂ ਜੀ ਸਮਰੱਥ ਨਹੀਂ ਹੈਗੇ ਚੋਣਾਂ ਲੜਨ ਦੇ, ਨਾ ਕਰ ਦਿੱਤੀ ਸੀ। ਫਿਰ ਦੂਸਰੇ ਦਿਨ ਸਾਡੇ ਕੋਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਆਈ ਸੀ ਸਾਰੀ,
ਜੀ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਆ ਬੰਦੀ ਸਿੱਖਾਂ ਦੇ ਪਰਿਵਾਰਾਂ ਚੋਂ ਖੜਾ ਕਰਨਾ। ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ ਸਾਡੀ ਮਤਲਬ ਕਿ ਧਾਰਮਿਕ ਜਥੇਬੰਦੀਆਂ ਦੇ ਨਾਲ, ਸੰਤ ਸਮਾਜ ਦੇ ਨਾਲ ਸਾਰਿਆਂ ਨੇ ਲਈ ਆ, ਤਾਂ ਉਹ ਇਹ ਕਹਿੰਦੇ ਸੀ ਕਿ ਸਾਡੇ ਪਰਿਵਾਰ ਚੋਂ ਹੀ ਮਤਲਬ ਚੁਣਿਆ ਜਾਵੇ, ਕਿਉਂਕਿ ਸਾਡੇ ਪਰਿਵਾਰ 'ਚ ਸ਼ਹੀਦ ਵੀ ਸਾਰੇ ਹੋਏ ਨੇ। ਤੇ ਫਿਰ ਵੀ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਜੀ ਤੁਹਾਡੀ ਬੇਨਤੀ ਵੀ ਅੱਜ ਹੀ ਮੈਂ ਮੁਲਾਕਾਤ ਕਰਦੀ ਹਾਂ ਵੀਰ ਜੀ ਨਾਲ। ਤੇ ਫਿਰ ਅਸੀਂ ਵੀਰ ਜੀ ਨਾਲ ਮੁਲਾਕਾਤ ਕੀਤੀ। ਫਿਰ ਵੀਰ ਜੀ ਕਹਿੰਦੇ ਕਿ ਜੇਕਰ ਸਾਰੀਆਂ ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਆ, ਤੇ ਉਹਨਾਂ ਨੇ ਵੀਰ ਜੀ ਨੇ ਇਹ ਕਿਹਾ ਸੀਗੇ ਕਿ ਫਿਰ ਸਾਨੂੰ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਮਤਲਬ ਨੁਮਾਇੰਦਾ ਜਥੇਬੰਦੀ ਵੀ ਆ, ਵੀ ਸਾਨੂੰ ਫਿਰ ਉਹਦੇ ਤੋਂ ਚੋਣਾਂ ਲੜਾਓ ਸਾਰੇ ਇਕੱਠੇ ਹੋ ਕੇ। ਜੀ ਇੱਕ ਸਵਾਲ ਥੋੜਾ ਜਿਹਾ ਮੈਂ ਹਟ ਕੇ ਪੁੱਛੂੰਗਾ, ਹਾਲਾਂਕਿ ਚਲੋ ਪੋਲੀਟੀਕਲ ਵੀ ਮੈਂ ਇਹਨੂੰ ਕਰਕੇ ਪੁੱਛ ਰਿਹਾਗਾ। ਜੇ ਅਸੀਂ ਤੁਹਾਡੇ ਭਾਈ ਸਾਹਿਬ ਦੀ ਗੱਲ ਕਰਦੇ ਹਾਂ, ਸ਼ਹੀਦ ਭਾਈ ਰੁਪਿੰਦਰ ਸਿੰਘ ਗੋਲਡੀ, ਹਾਂਜੀ, ਤੁਸੀਂ ਮੂਲ ਰੂਪ ਦੇ ਉੱਤੇ ਮਹਾਰਾਜ ਦੇ ਰਹਿਣ ਵਾਲੇ ਹੋ, ਉੱਥੇ ਤੁਹਾਡੀ ਵਿੱਦਿਆ ਤੁਸੀਂ ਹਾਸਲ ਕੀਤੀ, ਤਿੰਨੇ ਭੈਣ ਭਰਾਵਾਂ ਨੇ, ਤੁਹਾਡੇ ਭੈਣ ਜੀ ਵੀ ਸ਼ਹੀਦ ਹੋਏ, ਬਾਅਦ ਦੇ ਵਿੱਚ ਤੁਹਾਡੇ ਪਿਛਲੇ ਦਿਨੀ ਪਿਤਾ ਜੀ ਵੀ ਇਸ ਦੁਨੀਆ ਤੋਂ ਚਲੇ ਗਏ। ਪਰਿਵਾਰ ਨੇ ਇੰਨਾ ਸੰਤਾਪ ਭੋਗਿਆ, ਅਕਾਲੀ ਸਰਕਾਰ ਵੀ ਰਹੀ, ਜਿਹੜੀ ਅਕਾਲੀ ਸਰਕਾਰ ਵੱਲੋਂ ਜਾਂ ਅਕਾਲੀ ਪਾਰਟੀ ਵੱਲੋਂ ਤੁਸੀਂ ਟਿਕਟ ਦੇ ਉੱਤੇ ਖੜੇ ਹੋਏ ਹੋ, ਤੁਸੀਂ ਉਸ ਘਰ ਨੂੰ ਵੀ ਛੱਡਿਆ। ਚਲੋ ਉਹ ਵੀ ਇੱਕ ਤੁਹਾਡਾ ਮੰਨਣਾ ਸੀ ਵੀ ਜਿਸ ਦਿਨ ਭਾਈ ਸਾਹਿਬ ਰਾਜੋਆਣਾ ਸਾਹਿਬ ਆਉਣਗੇ ਅਸੀਂ ਵਾਪਸ ਇਸ ਘਰ ਦੇ ਵਿੱਚ ਆਵਾਂਗੇ। ਉਸ ਘਰ ਦੀਆਂ ਤਸਵੀਰਾਂ ਅਸੀਂ ਪਿਛਲੇ ਦਿਨੀ ਦੇਖੀਆਂ, ਹਾਲਾਂਕਿ ਜਦੋਂ ਵੀ ਲੋਕ ਉਸ ਪਿੰਡ ਵਿੱਚ ਲੰਘਦੇ ਨੇ ਉਹ ਘਰ ਦੀਆਂ ਤਸਵੀਰਾਂ ਦੇਖਦੇ ਨੇ, ਉਹ ਘਰ ਨਹੀਂ ਰਿਹਾ, ਕਿਹਾ ਜਾਂਦਾ ਵੀ ਖੰਡਰ ਬਣ ਗਿਆ। ਤੁਹਾਨੂੰ ਇਹ ਨਹੀਂ ਲੱਗਿਆ ਕਦੇ ਤੁਸੀਂ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ ਜਾਂ SGPC ਕੋਲੇ ਮੰਗਣੀ ਵੀ ਅਸੀਂ ਸ਼ਹੀਦੀਆਂ ਦਿੱਤੀਆਂ ਗਈਆਂ, ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ, ਉਹਨਾਂ ਘਰਾਂ ਨੂੰ ਤਾਂ ਉਸ ਤਰ੍ਹਾਂ ਸੰਭਾਲਿਆ ਜਾਵੇ? ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇਤਿਹਾਸ ਆ, ਕਿਉਂਕਿ ਤੁਹਾਡੇ ਘਰ ਦੇ ਵਿੱਚ ਕਿਹੜੇ ਸਿੰਘ ਆਉਂਦੇ ਰਹੇ ਨੇ ਉਹ ਵੀ ਇੱਕ ਵੱਖਰਾ ਇਤਿਹਾਸ ਆ। ਤੁਹਾਡੇ ਭੈਣ ਜੀ ਦੀ ਉਸੇ ਘਰ ਵਿੱਚ ਸ਼ਹੀਦੀ ਹੋਈ, ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ। ਇਹ ਚੀਜ਼ ਨਹੀਂ ਕਦੇ ਮਨ ਦੇ ਵਿੱਚ ਆਈ ਵੀ ਉਸ ਐਂਗਲ ਤੋਂ ਵੀ ਸੋਚਣਾ ਚਾਹੀਦਾ ਸੀ? ਅਸੀਂ ਜਦੋਂ ਮਤਲਬ ਕਿ ਸਾਰੇ ਪਰਿਵਾਰ, ਮੰਮੀ ਡੈਡੀ ਵੀ ਉਡੀਕਦੇ ਵੀਰ ਜੀ ਨੂੰ ਚਲੇ ਗਏ। ਸਾਡੇ ਅਸਲ 'ਚ ਇਹ ਸੀਗਾ ਕਿ ਗੋਲਡੀ ਵੀਰ ਜੀ ਤੋਂ ਬਾਅਦ ਮੇਰੀ ਉਮਰ ਬਹੁਤ ਛੋਟੀ ਸੀ ਜੀ, 15 ਸਾਲ, ਤੇ ਮੰਮੀ ਡੈਡੀ ਨੂੰ ਮਤਲਬ ਇੱਕ ਬੇਟੇ ਦੇ ਲਈ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੀਗਾ। ਤੇ ਵੀਰ ਜੀ ਰਾਜੋਆਣਾ ਜੀ ਜਦੋਂ ਆਏ, ਗੋਲਡੀ ਵੀਰ ਜੀ ਨਾਲ ਉਹਨਾਂ ਦਾ ਬਹੁਤ ਪਿਆਰ ਸੀਗਾ, ਤੇ ਉਹਨਾਂ ਨੂੰ ਮਤਲਬ ਵੀਰ ਜੀ ਵਿੱਚੋਂ ਗੋਲਡੀ ਹੋਈ ਨਜ਼ਰ ਆਇਆ ਜੀ, ਤੇ ਉਹਨਾਂ ਨੇ ਵੀਰ ਜੀ ਨੂੰ ਬੇਟਾ ਬਣਾ ਲਿਆ। ਤੇ ਅਸੀਂ ਮਤਲਬ ਜਦੋਂ ਇਹ ਬਿਆਨ ਸਿੰਘ ਕੇਸ ਹੋ ਗਿਆ, ਸਾਡਾ ਤਾਂ ਸਾਰਾ ਪਰਿਵਾਰ ਤਸ਼ੱਦਦ ਦੁਬਾਰਾ ਹੋਇਆ ਜੀ, ਬਹੁਤ ਮਤਲਬ ਫਾਦਰ ਸਾਹਿਬ ਤੇ। ਉਸ ਤੋਂ ਬਾਅਦ ਬਸ ਅਸੀਂ ਵੀਰ ਜੀ ਨਾਲ ਹੀ ਮੁਲਾਕਾਤਾਂ ਕਰਦੇ ਰਹੇ। ਸਾਡਾ ਇੱਕ ਮਤਲਬ ਤੁਸੀਂ ਇਹ ਦੇਖੋ 92 ਤੱਕ ਤਾਂ ਸਾਡੇ ਪਰਿਵਾਰ ਨੇ ਵੈਸੇ ਸੰਤਾਪ ਹੰਡਾਇਆ, 95 ਤੋਂ ਬਾਅਦ ਸਾਡਾ ਜਿਹੜਾ ਸਾਰਾ ਸੰਘਰਸ਼ ਆ ਉਹ ਵੀਰ ਜੀ ਵੱਲ ਹੋ ਗਿਆ। ਮੁਲਾਕਾਤਾਂ ਪਰਿਵਾਰ ਨੇ 28 ਸਾਲ ਪਿੱਛੇ, ਮੰਮੀ ਡੈਡੀ ਮਤਲਬ ਮੇਰੇ ਫਾਦਰ ਸਾਹਿਬ ਤਾਂ ਮਤਲਬ ਤਸ਼ੱਦਦ ਕਾਰਨ ਉਹਨਾਂ ਦੇ ਕਈ ਵਾਰੀ ਬਾਥਰੂਮ ਦੀ ਪਾਈਪ ਵੀ ਲੱਗੀ ਹੁੰਦੀ ਸੀਗੀ, ਤਾਂ ਵੀ ਮੁਲਾਕਾਤ ਕਰਨ ਜਾਂਦੇ ਹੁੰਦੇ ਸੀ ਜੀ। ਭੈਣ ਜੀ ਇੱਕ ਮੈਂ ਹੋਰ ਸਵਾਲ ਆ, ਹੋ ਸਕਦਾ ਮੈਂ ਇੱਥੇ ਗਲਤ ਹੋਵਾਂ, ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ। ਤੁਹਾਨੂੰ ਲੱਗਦਾ ਨਹੀਂ ਇੱਕ ਤੁਹਾਡਾ ਜਿਹੜਾ ਫੈਸਲਾ ਸੀ ਉਹ ਕਿਤੇ ਨਾ ਕਿਤੇ ਗਲਤ ਹੋ ਗਿਆ, ਤੁਸੀਂ ਉੱਥੇ ਨਹੀਂ ਰਹੇ? ਕਿਉਂਕਿ ਜੇ ਅਸੀਂ ਮਹਾਰਾਜ ਪਿੰਡ ਦੇ ਵਿੱਚ ਜਾਂਦੇ ਆ ਜਾਂ ਆਲੇ ਦੁਆਲੇ ਪਿੰਡਾਂ ਦੇ ਵਿੱਚ, ਉਹ ਗੋਲਡੀ ਨੂੰ ਨਹੀਂ ਜਾਣਦੇ, ਅੱਜ ਦੀ ਨੌਜਵਾਨੀ ਨਹੀਂ ਜਾਣਦੀ, ਖਾਸ ਕਰਕੇ ਸਮਕਾਲੀ ਜਿਹੜੇ ਨੇ ਗੋਲਡੀ ਦੇ, ਉਹ ਵੀ ਬਹੁਤ ਘੱਟ ਲੋਕ ਜਾਣਦੇ ਨੇ ਵੀ ਕੋਈ ਰੁਪਿੰਦਰ ਸਿੰਘ, ਭਾਈ ਰੁਪਿੰਦਰ ਸਿੰਘ ਗੋਲਡੀ ਸ਼ਹੀਦ ਹੋਇਆ, ਇਦਾਂ ਦਾ ਪਰਿਵਾਰ ਆ। ਵੀ ਉੱਥੋਂ ਘਰ ਛੱਡਣ ਕਰਕੇ ਉਹ ਚੀਜ਼ ਵੀ ਕਿਤੇ ਨਾ ਕਿਤੇ ਖੁੱਸ ਗਈ, ਕਿੱਥੇ ਨੌਜਵਾਨਾਂ ਨੂੰ ਪਤਾ ਲੱਗਣਾ ਚਾਹੀਦਾ ਸੀ। ਇੱਕ ਪਰਿਵਾਰ ਦੇ ਲਈ ਦਹਾਕਿਆਂ ਤੱਕ ਪਰਿਵਾਰ ਨੇ ਅਸੀਂ ਸੰਤਾਪ ਹੰਡਾਇਆ। ਸਾਡੇ ਲਈ ਸਭ ਤੋਂ ਵੱਡੀ ਚੀਜ਼ ਸੀਗੀ ਵੀਰ ਜੀ ਰਾਜੋਆਣਾ ਜੀ ਦੀ ਪਿੱਛੇ ਸੰਭਾਲ ਕਰਨਾ, ਪੂਰੇ ਕੇਸ ਦੀ ਦੇਖਭਾਲ ਕਰਨਾ, ਵੀਰ ਜੀ ਨਾਲ ਮੁਲਾਕਾਤਾਂ ਕਰਨੀਆਂ। ਫਿਰ ਅਸੀਂ ਇਸ ਉਡੀਕ ਦੇ ਵਿੱਚ ਸੀਗੇ ਵੀਰ ਜੀ ਰਾਜੋਆਣਾ ਜੀ ਨੇ ਉਸੇ ਘਰ ਦੇ ਵਿੱਚ ਆ ਕੇ ਰਹਿਣਾਗਾ ਜੀ। ਸਾਡੀ ਸਾਰੀ ਕੋਸ਼ਿਸ਼ ਇਹ ਆ ਕਿ ਵੀਰ ਜੀ ਦੀ ਰਿਹਾਈ ਕਰਵਾਈਏ। ਵੀਰ ਜੀ ਨੇ ਇੱਥੋਂ ਤੱਕ ਵੀ ਮਤਲਬ ਵੀਰ ਜੀ ਦੇ ਮਨ ਦੀ ਇੱਛਾ ਗਈ ਕਿ ਉਸ ਘਰ ਇੱਕ ਇਤਿਹਾਸਿਕ ਘਰ ਆ, ਕਿਉਂਕਿ ਉਸ ਘਰ 'ਚ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਵੀ ਪੈਰ ਪਏ ਹੋਏ ਨੇ, ਉਹ ਵੀ ਉੱਥੇ ਹੀ ਆਉਂਦੇ ਜਾਂਦੇ ਸੀਗੇ, ਤੇ ਹੋਰ ਵੀ ਬਹੁਤ ਸਾਰੇ ਸਿੰਘ ਨੇ। ਤੇ ਵੀਰ ਜੀ ਦੀ ਇਹ ਇੱਛਾ ਗਈ ਕਿ ਉੱਥੇ ਇੱਕ ਯਾਦਗਾਰ ਬਣਾਉਣਗੇ ਜੀ, ਜਿਹੜੀ ਪੂਰੀ ਦੁਨੀਆ ਦੇਖਦੀ ਰਹਿ ਜਾਏਗੀ। ਜੇ ਭਾਈ ਸਾਹਿਬ ਜੇਲ੍ਹ ਤੋਂ ਬਾਹਰ ਆਉਂਦੇ ਨੇ ਤੁਸੀਂ ਉਸੇ ਘਰ ਵਿੱਚ ਰਹੋਗੇ? ਹਾਂਜੀ, ਉਸੇ ਘਰ 'ਚ ਰਹਾਂਗੇ ਜੀ ਅਸੀਂ, ਤੇ ਉੱਥੇ ਮਤਲਬ ਇੱਕ ਯਾਦਗਾਰ ਬਣਾਈ ਜਾਏਗੀ ਜੀ। ਸਾਡੀ ਇਹੀ ਸੀਗੀ। ਮਤਲਬ ਵੀਰ ਜੀ ਤੋਂ ਬਿਨਾਂ ਤੁਸੀਂ ਇਹ ਦੇਖੋ ਕਿ ਉਸ ਘਰ 'ਚ ਮਤਲਬ ਹਰ ਜਗ੍ਹਾ ਇੰਨੀਆਂ ਯਾਦਾਂ, ਇੰਨਾ ਦੁੱਖ ਦਰਦ, ਵੀਰ ਜੀ ਤੋਂ ਬਿਨਾਂ ਨਹੀਂ ਸੀ ਅਸੀਂ ਉਸ ਘਰ 'ਚ ਰਹਿ ਸਕਦੇ। ਰਾਜਨੀਤੀ ਦੇ ਵਿੱਚ ਹਾਲਾਂਕਿ ਕੋਈ ਬਹੁਤ ਲੋਕ ਕਹਿੰਦੇ ਨੇ ਵੀ ਬਹੁਤ ਲੋਕ ਆ ਜਾਂਦੇ ਨੇ, ਕਈਆਂ ਦਾ ਪਰਿਵਾਰਵਾਦ ਦੇ ਵੀ ਦੋਸ਼ ਲੱਗਦੇ ਨੇ, ਤੁਹਾਡਾ ਕੋਈ ਮਕਸਦ ਨਹੀਂ ਸੀ ਇਦਾਂ ਦਾ? ਨਹੀਂ, ਰਾਜਨੀਤੀ ਕਰਨਾ ਮੇਰਾ ਨਾ, ਰਾਜਨੀਤੀ 'ਚ ਆਉਣਾ ਮੇਰਾ ਮਕਸਦ ਬਿਲਕੁਲ ਵੀ ਨਹੀਂ ਹੈਗਾ। ਇਹ ਤਾਂ ਇਸ ਤਰ੍ਹਾਂ ਗਾ ਕਿ
ਮਤਲਬ ਬਿਰਜੀ ਹੁਣਾਂ ਦੇ ਲਈ ਸਾਰੇ ਸੰਘਰਸ਼ ਕੀਤੇ ਜੀ। ਗਏ। ਇਹ ਤਾਂ ਇੱਕ ਮਤਲਬ ਸੁਨੇਹਾ ਦੇਣ ਦੀ ਕੋਸ਼ਿਸ਼ ਆ। ਤੁਸੀਂ ਇਹ ਦੇਖੋ ਕਿ ਸਾਰੇ ਹੀਲੇ ਹਰਬੇ ਵਰਤੇ ਗਏ, ਮਤਲਬ ਇਹ ਇਤਿਹਾਸ ਹੋਏਗਾ, ਮੈਂ ਕਹਿੰਨੀ ਆ ਮਤਲਬ ਪਹਿਲਾ ਕੇਸ ਹੋਏਗਾ ਇਤਿਹਾਸ ਦਾ ਇਹ, ਜੇ ਤੁਸੀਂ ਮਤਲਬ ਸਾਰੇ ਕੇਸ ਵੀ ਕੱਢ ਲਏ ਜਾਣ, ਆਪਣੇ ਪੂਰੇ ਦੇਸ਼ ਦੇ ਕੇਸ ਜੇਕਰ ਕੱਢ ਲਏ ਜਾਣ ਨਾ, ਇਹ ਕੇਸ ਦੀ ਹਿਸਟਰੀ ਆ ਕਿ ਬਿਰਜੀ ਰਾਜੋਆਣਾ ਜੀ ਦੇ ਕੇਸ ਦਾ 28 ਸਾਲਾਂ ਬਾਅਦ ਵੀ ਫੈਸਲਾ ਨਹੀਂ ਹੋ ਰਿਹਾ। ਤੁਸੀਂ ਇਹ ਦੇਖੋ ਕਿ 28 ਸਾਲਾਂ ਬਾਅਦ ਵੀ ਅਸੀਂ ਫੈਸਲੇ ਦੀ ਉਡੀਕ ਕਰ ਰਹੇ ਹਾਂ, ਕਿਉਂਕਿ 2012 ਦੇ ਵਿੱਚ ਜਦੋਂ ਬਿਰਜੀ ਨੂੰ ਫਾਂਸੀ ਦੀ ਤਰੀਕ ਤੈਅ ਕਰ ਦਿੱਤੀ ਸੀਗੀ, ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਕਮੇਟੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਅਪੀਲ ਪਾਈ ਸੀ ਰਾਸ਼ਟਰਪਤੀ ਦੇ ਕੋਲੇ ਜੀ। ਬਿਰਜੀ ਨੇ ਤਾਂ ਅਪੀਲ ਪਾਈ ਨਹੀਂ ਸੀਗੀ ਜੀ, ਤੇ ਉਸ ਟਾਈਮ ਤੋਂ ਤੁਸੀਂ ਇਹ ਦੇਖ ਲਓ 11ਵਾਂ ਸਾਲ ਚੱਲ ਰਿਹਾ, ਉਸ ਅਪੀਲ ਤੇ ਅੱਜ ਤੱਕ ਫੈਸਲਾ ਨਹੀਂ ਹੋਇਆ ਜੀ। 28 ਸਾਲਾਂ ਬਾਅਦ ਵੀ ਸਾਡੇ ਮਤਲਬ ਸਿੱਖਾਂ ਨਾਲ ਇੰਨੀ ਵੱਡੀ ਬੇਇਨਸਾਫੀ ਆ ਕਿ ਅਸੀਂ ਫੈਸਲੇ ਦੀ ਉਡੀਕ ਕਰ ਰਹੇ ਹਾਂ। ਤੁਸੀਂ ਇਹ ਦੇਖੋ ਕਿ 84 ਦੇ ਅਸੀਂ ਸਿੱਖ ਤਾਂ ਮਤਲਬ ਇੱਕ ਤਰ੍ਹਾਂ ਨਾਲ ਪੀੜਤਾਂ ਜੀ। 84 ਚ ਸਾਡੇ ਨਾਲ ਕਿੰਨਾ ਕੁਝ ਹੋਇਆ, ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤੇ ਗਏ। 84 ਨਵੰਬਰ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ, ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ। ਤੁਸੀਂ ਇਹ ਦੇਖੋ ਕਿ ਉਹਨਾਂ ਹਜ਼ਾਰਾਂ ਸਿੱਖਾਂ ਨੂੰ ਮਾਰਨ ਵਾਲੇ ਹਜ਼ਾਰਾਂ ਕਾਤਲ ਸੀ ਜੀ। ਕੋਈ ਇੱਕ ਵੀ ਕਾਤਲ ਤੁਸੀਂ ਦੱਸ ਦਿਓ ਵੀ ਜਿਹੜਾ 25-30 ਸਾਲਾਂ ਤੋਂ ਜੇਲ੍ਹ 'ਚ ਬੰਦ ਹੋਵੇ। ਤੇ ਸਾਡੇ ਭਰਾਵਾਂ ਦੀਆਂ ਅਸੀਂ ਕਹਿੰਦੇ ਆ ਕਿ ਸਜ਼ਾਵਾਂ ਹੀ ਨਹੀਂ ਪੂਰੀਆਂ ਹੋ ਰਹੀਆਂ ਜੀ, 25-25 30-30 ਸਾਲ ਵੀ। ਸਾਡਾ ਤਾਂ ਮਤਲਬ ਇਹ ਇੱਕ ਜਿਹੜਾ ਸੰਘਰਸ਼ ਆ, ਮਤਲਬ ਜਿਹੜੀਆਂ ਇਹ ਚੋਣਾਂ ਨੇ ਉਸੇ ਹੀ ਸੰਘਰਸ਼ ਦਾ ਇੱਕ ਹਿੱਸਾ ਜੋ ਅਸੀਂ ਅੱਜ ਤੱਕ ਬਿਰਜੀ ਹੁਣਾਂ ਦੇ ਲਈ ਕੀਤਾਗਾ, ਤਾਂ ਕਿ ਮਤਲਬ ਇੱਕ ਸੁਨੇਹਾ ਦੇ ਸਕੀਏ। ਲੋਕਾਂ ਦੀ ਗੱਲ ਕਰਦੇ ਹਾਂ, ਹਾਂਜੀ, ਲੋਕ ਕਹਿੰਦੇ ਨੇ 84 ਦਾ ਦਰਦ ਆ, ਖਾਸ ਕਰਕੇ ਦਰਦ ਉਹੀ ਜਾਣਦੇ ਨੇ ਜਿਨ੍ਹਾਂ ਦੇ ਸੱਟ ਵੱਜੀ, ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਗ ਲੱਗੀ। ਇਹ ਤਾਂ ਅਸੀਂ ਇਹ ਕਹਿੰਦੇ ਆ ਜੀ, ਤੁਸੀਂ ਇਹ ਦੇਖੋ ਕਿ ਕੋਈ ਇੱਕ ਦਿਨ ਜੇਲ੍ਹ 'ਚ ਰਹਿ ਕੇ ਦੇਖ ਲਓ ਵੀ ਬਿਰਜੀ ਹੁਣੇ 15 ਸਾਲਾਂ ਤੋਂ ਬਿਰਜੀ, ਬਾਕੀ ਸਾਰੇ ਜਿਹੜੇ ਸਿੰਘ ਨੇ ਜੀ ਜਿੰਨੇ ਵੀ ਹੈਗੇ ਨੇ, ਉਹ ਇੱਕ ਤਰ੍ਹਾਂ ਨਾਲ ਛੋਟੀਆਂ ਕਾਲ ਕੋਠੜੀਆਂ ਦੇ ਵਿੱਚ ਬੰਦ ਆ। 8 ਬਾਏ 10 ਫੁੱਟ ਦੀ ਫਾਂਸੀ ਕੋਠੀ ਹੁੰਦੀ ਆ ਵੀ 28 ਸਾਲ ਜੇਲ੍ਹ 'ਚ ਰਹਿਣ ਦਾ ਜਿਹੜੀ ਪੀੜਾ ਗਈ ਉਹ ਸਾਰੇ ਬੰਦੀ ਸਿੱਖ ਜਾਣਦੇ ਆ, ਤੇ ਜਾਂ ਫਿਰ ਉਹਨਾਂ ਦੇ ਮਗਰ ਜਾਣ ਵਾਲੇ ਪਰਿਵਾਰ ਜਾਣਦੇ। ਸੰਗਰੂਰ ਦੇ ਲੋਕ ਇਹ ਗੱਲ ਸਮਝਣਗੇ, ਹਾਲਾਂਕਿ ਪਤਾ ਸਭ ਨੂੰ, ਅੱਜ ਦੀ ਜਨਰੇਸ਼ਨ ਨੂੰ ਬਹੁਤ ਜ਼ਿਆਦਾ ਪਤਾ ਗਾ, ਖਾਸ ਕਰਕੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਹੋਈਆਂ। ਪਰ ਜਦੋਂ ਲੋਕ ਬਟਨ ਨੱਪਦੇ ਨੇ ਮਸ਼ੀਨ ਦਾ, ਵੋਟ ਪਾਉਣ ਜਾਂਦੇ ਨੇ, ਉਦੋਂ ਕਿਉਂ ਪਾਸੇ ਪਲਟ ਜਾਂਦੇ ਨੇ? ਉਦੋਂ ਇਹ ਚੀਜ਼ ਕਿਉਂ ਨਹੀਂ ਮੰਨਦੇ? ਵਿੱਚ ਮੇਰੇ ਮਨ 'ਚ ਨਾ ਇੱਕ ਚੀਜ਼ ਆਉਂਦੀ ਆ, ਮੇਰੀ ਜਿਹੜੀ ਸਿੱਖਾਂ ਨੂੰ, ਸਾਰਿਆਂ ਨੂੰ, ਹਿੰਦੂ ਵੀਰਾਂ ਨੂੰ, ਸਾਰਿਆਂ ਨੂੰ ਇੱਕ ਅਪੀਲ ਆ, ਖਾਸ ਕਰਕੇ ਸਾਡੇ ਨੌਜਵਾਨਾਂ ਨੂੰ, ਸਾਡੇ ਮਤਲਬ ਮਾਮਾ ਭੈਣਾਂ ਬਜ਼ੁਰਗਾਂ ਨੂੰ, ਵੀ ਮੇਰੇ ਮਨ 'ਚ ਸੰਗਰੂਰ ਦੀ ਧਰਤੀ ਦਾ ਇਤਿਹਾਸ ਆ ਇਹ ਕਿ ਅਸੀਂ ਨਵਾਬ ਸ਼ੇਰ ਮੁਹੰਮਦ ਖਾਨ ਜੀ ਮਲੇਰਕੋਟਲਾ ਵਾਲਿਆਂ ਨੂੰ ਇਸ ਲਈ ਜਾਣਿਆ ਜਾਂਦਾ ਕਿ ਸੂਬੇ ਦੀ ਕਚਹਿਰੀ ਵਿੱਚ ਜਦੋਂ ਗੁਰੂ ਦੇ ਲਾਲਾ ਨੂੰ ਸ਼ਹੀਦ ਕਰਨਾ ਸੀਗਾ ਤਾਂ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ, ਤੇ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ ਵੀ ਦਸ਼ਮੇਸ਼ ਗੁਰੂ ਜੀ ਦੇ ਲਾਲ ਨੇ। ਤੇ ਜੇ ਮਤਲਬ ਕਿ ਇੱਕ ਨਵਾਬ ਮਲੇਰਕੋਟਲੇ ਦਾ ਹਾਂ ਦਾ ਨਾਰਾ ਮਾਰ ਸਕਦਾ, ਕਿ ਸਾਡੇ ਜਿਹੜੇ ਸਿੱਖ ਆ, ਕਿ ਉਹ ਸਾਡੇ ਜਿਹੜੇ ਗੁਰੂ ਸਾਹਿਬ ਦੇ ਲਾਲ ਨੇ ਬੰਦੀ ਸਿੱਖ, ਉਹਨਾਂ ਦੇ ਲਈ ਇੱਕ ਵੋਟ ਪਾ ਕੇ ਹਾਂ ਦਾ ਨਾਰਾ ਨਹੀਂ ਮਾਰ ਸਕਦੇ ਜੀ? ਅਸੀਂ ਤਾਂ ਇਹਨਾਂ ਨੂੰ, ਆਪਣੇ ਸਿੱਖਾਂ ਨੂੰ, ਆਪਣੇ ਮੁਸਲਮਾਨ ਵੀਰਾਂ ਨੂੰ ਇਹੀ ਗੱਲ ਮਤਲਬ ਸੰਗਰੂਰ ਵਾਸੀਆਂ ਕੋਲੇ ਲੈ ਕੇ ਜਾਵਾਂਗੇ ਕਿ ਤੁਹਾਡੀ ਜਿਹੜੀ ਵੋਟ ਆ ਉਹਨਾਂ ਦੇ ਲਈ ਇੱਕ ਹਾਂ ਦਾ ਨਾਰਾ ਹੈਗਾ। ਦੇਖੋ ਤੁਸੀਂ ਸਾਰੇ ਆਪਦੇ ਘਰਾਂ 'ਚ ਬੈਠੇ ਹੋ, ਬੰਦੀ ਸਿੱਖ ਜੇਲ੍ਹਾਂ ਦੇ ਵਿੱਚ ਬੰਦ ਨੇ, ਸਾਨੂੰ ਪਰਿਵਾਰਾਂ ਨੂੰ 28 30 ਸਾਲ ਹੋ ਗਏ ਮਗਰ ਮੁਲਾਕਾਤਾਂ ਕਰਦੇ ਆ, ਸੰਘਰਸ਼ ਕਰਦੇ ਆ, ਵੀ ਤੁਸੀਂ ਮਤਲਬ ਜੇ ਇੱਕ ਨਵਾਬ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਰਾ ਮਾਰ ਸਕਦਾ ਗਾ, ਤੇ ਅਸੀਂ ਸਿੱਖ ਆ ਜਿਹੜੇ, ਕਿ ਅਸੀਂ ਬੰਦੀ ਸਿੱਖਾਂ ਲਈ ਇੱਕ ਹਾਂ ਦਾ ਨਾਰਾ ਨਹੀਂ ਮਾਰ ਸਕਦੇ ਵੋਟ ਦੇ ਰੂਪ ਵਿੱਚ? ਪਰ ਬੀਬੀ ਜੀ ਉੱਥੇ ਸਵਾਲ ਇਹ ਵੀ ਆਉਂਦਾ ਵੀ ਸਾਰੇ ਸਿੱਖ ਵੀ ਇਕੱਠੇ ਨਹੀਂ, ਇਕਜੁੱਟ ਨਹੀਂ ਹੁੰਦੇ। ਮਾਨ ਸਾਹਿਬ ਕੋਲੇ ਵੀ ਅਪੀਲ ਕੀਤੀ ਗਈ ਸੀ, ਸੁਖਬੀਰ ਸਿੰਘ ਬਾਦਲ ਦੀ ਵੱਡੀ ਤਸਵੀਰ ਆਈ, ਉਹਨਾਂ ਦੇ ਨਾਲ ਇੱਕ ਮੁਲਾਕਾਤ ਹੋਈ, ਹੋਰ ਅਕਾਲੀ ਦਲ ਦੇ ਲੀਡਰ ਸੀ, ਉਸ ਤੋਂ ਬਾਅਦ ਉਹ ਵੀ ਹੁਣ ਉਹਨਾਂ ਨੇ ਕਾਗਜ਼ ਭਰ ਦਿੱਤੇ ਨੇ ਵੀ ਸਿੱਖ ਕਿਉਂ ਨਹੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ? ਦੇਖੋ, ਇਹ ਤਾਂ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਸੀ, ਬਜ਼ੁਰਗ ਸੀ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ, ਇਸ ਦਰਦ ਨੂੰ ਮਹਿਸੂਸ ਕਰਨਾ ਚਾਹੀਦਾ ਸੀ। ਮਾਨ ਸਾਹਿਬ ਜੀ ਜਦੋਂ ਜੇਲ੍ਹ ਦੇ ਵਿੱਚ ਸੀ ਬੰਦ, ਪੂਰੀ ਕੌਮ ਨੇ ਉਹਨਾਂ ਦਾ ਸਾਥ ਦਿੱਤਾ, ਤੇ ਅੱਜ ਮਾਨ ਸਾਹਿਬ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਸੀ ਕਿ 28 30 ਸਾਲਾਂ ਤੋਂ ਜਿਹੜੇ ਸਾਡੇ ਵੀਰ ਜੇਲ੍ਹ ਦੇ ਵਿੱਚ ਨੇ, ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਆਦੇਸ਼ ਦਿੱਤਾ ਕਿ ਬੰਦੀ ਸਿੱਖਾਂ ਦੇ ਪਰਿਵਾਰਾਂ ਵੱਲੋਂ ਲੜਾਇਆ ਜਾਵੇ ਤੇ ਦਿੱਲੀ ਨੂੰ ਇੱਕ ਸੁਨੇਹਾ ਦਿੱਤਾ ਜਾਵੇ, ਤੇ ਇਹਦੇ ਵਿੱਚ ਮਾਨ ਸਾਹਿਬ ਨੂੰ ਮੈਂ ਤਾਂ ਬਹੁਤ ਕਿਹਾ ਸੀਗਾ ਕਿ ਮਾਨ ਸਾਹਿਬ, ਮੈਂ ਤਾਂ ਤੁਹਾਡੀ ਧੀ ਆ, ਸਾਰੇ ਬੰਦੀ ਸਿੰਘਾਂ ਵੱਲੋਂ ਆਪਾਂ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਸੁਨੇਹਾ ਦਈਏ। ਕੀ ਉਹਦਾ ਕਾਰਨ ਇਹ ਵੀ ਹੋ ਸਕਦਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚੋਣ ਨਿਸ਼ਾਨ ਤੇ ਤੁਸੀਂ ਲੜ ਰਹੇ ਹੋ? ਨਹੀਂ, ਮਾਨ ਸਾਹਿਬ ਨੂੰ ਇਹ ਗੱਲ ਬਿਲਕੁਲ ਵੀ ਨਹੀਂ ਹੈਗੀ, ਕਿਉਂਕਿ ਮਾਨ ਸਾਹਿਬ ਨੇ ਪਹਿਲਾਂ ਵੀ ਸਾਡਾ ਸਾਥ ਨਹੀਂ ਦਿੱਤਾ ਜੀ ਕਦੇ। ਕਾਰਨ ਕੀ ਹੈ? ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਹਾਲਾਂਕਿ
ਸਾਰੇ ਸਿੱਖਾਂ ਦੇ ਵਿੱਚ ਜਾਂ ਉਹਨਾਂ ਦੀ ਪਾਰਟੀ ਵੱਲੋਂ ਵੀ ਇਹੀ ਪ੍ਰਚਾਰਿਆ ਜਾਂਦਾ ਗਾ, ਜਾਂ ਉਹਨਾਂ ਨੇ ਵੀ ਕਿਹਾ ਵੀ ਮੈਂ ਵੀ ਜੇਲ੍ਹਾਂ ਕੱਟੀਆਂ ਗਈਆਂ, ਲੰਬਾ ਮੈਂ ਸੰਘਰਸ਼ ਕਰ ਰਿਹਾ ਗਾ, ਖਾਸ ਕਰਕੇ ਉਹ ਨੌਜਵਾਨਾਂ ਲਈ ਜਿਹੜੇ ਸ਼ਹੀਦ ਕੀਤੇ ਗਏ ਆ? ਦੇਖੋ ਮਾਨ ਸਾਹਿਬ, ਇੱਕ ਚੀਜ਼ ਮੈਂ ਕਹਾਂਗੀ ਕਿ ਮਾਨ ਸਾਹਿਬ ਤਾਂ ਮਹਿਲਾਂ ਦੇ ਵਿੱਚ ਬੈਠੇ ਆ, ਪਰ ਸਾਡੇ ਬੰਦੀ ਸਿੱਖਾਂ ਦੇ ਘਰਾਂ ਵੱਲ ਵੀ ਧਿਆਨ ਦੇ ਲਓ ਮਾਨ ਸਾਹਿਬ। ਜਿਹੜੇ ਉਜੜੇ ਹੋਏ ਘਰ ਨੇ, ਸਾਡੇ ਉਜੜੇ ਹੋਏ ਜਿਹੜੇ ਵੀਰਾਨ ਘਰ ਨੇ, ਉਹਨਾਂ ਦੀਆਂ ਵੀ ਕੰਧਾਂ ਜਿਹੜੀਆਂ ਨੇ ਵੀਰ ਜੀ ਉਹਨਾਂ ਨੂੰ ਉਡੀਕ ਰਹੀਆਂ ਨੇ। ਸਾਰੇ ਬੰਦੀ ਸਿੰਘਾਂ ਦੇ ਘਰਾਂ ਦਾ ਇਹੀ ਹਾਲ ਹੈ ਜੀ। ਪਰ ਮਾਨ ਸਾਹਿਬ ਤਾਂ ਅਜੇ ਤੱਕ ਕਹਿੰਦੇ ਆਏ ਨੇ ਵੀ ਉਹ ਤਾਂ ਹਰ ਇੱਕ ਦੀ ਮਦਦ ਕਰਦੇ ਆ, ਖਾਸ ਕਰਕੇ ਉਹ ਨੌਜਵਾਨਾਂ ਦੇ ਪਰਿਵਾਰਾਂ ਦੀ ਤਾਂ ਬਹੁਤ ਮਦਦ ਹੋਈ। ਤੁਸੀਂ ਇੱਕ ਦੇਖ ਲਓ ਜੀ, ਮੈਂ ਇੱਥੇ ਸਿਰਫ ਇੱਕ ਚੀਜ਼ ਕਹਾਂਗੀ ਕਿ ਵੀਰ ਜੀ ਰਾਜੋਆਣਾ ਜੀ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਇੱਥੇ 2010 ਦੇ ਆਏ ਹੋਏ ਆ ਜੀ। ਜੀ ਮਾਨ ਸਾਹਿਬ ਤੋਂ ਕਿੱਥੇ ਰਹਿੰਦੇ ਨੇ ਉਹ, ਜਿੱਥੇ ਵੀ ਤਲਾਨੀਆਂ ਪਿੰਡ ਆ ਉਹਨਾਂ ਦਾ, ਪਟਿਆਲੇ ਦਾ ਸਫ਼ਰ ਨਹੀਂ ਤੈਅ ਹੋਇਆ ਜੀ, ਕਦੇ ਵੀ ਨਹੀਂ ਮਿਲੇ? ਕਦੇ ਵੀ ਨਹੀਂ ਹੋਇਆ ਜੀ। ਫਾਂਸੀ ਦੇ ਤਖਤੇ ਤੇ ਖੜੇ ਆ ਮੇਰੇ ਵੀਰ। ਕੀ ਲੱਗਦਾ ਹੈ ਕੀ ਮਾਨ ਸਾਹਿਬ ਇਹ ਇੱਥੋਂ ਹੀ ਮੈਂ ਤਾਂ ਇੱਕੋ ਹੀ ਚੀਜ਼ ਕਹਿੰਨੀ ਆ ਕਿ ਪਟਿਆਲੇ ਤੱਕ ਦਾ ਸਫ਼ਰ ਨਹੀਂ ਤੈਅ ਹੋਇਆ ਜੀ, ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੇ ਬੰਦੀ ਸਿੰਘਾਂ ਦੀ ਗੱਲ ਕਿਵੇਂ ਕਰਨਗੇ? ਤੁਹਾਡੇ ਬਜ਼ੁਰਗਾਂ ਦੇ ਸਮਾਨ ਨੇ, ਪਿਤਾ ਸਮਾਨ ਨੇ, ਤੁਸੀਂ ਕਦੇ ਜਾ ਕੇ ਦਰਦ ਪੁੱਛਿਆ ਨਹੀਂ ਵੀ ਮਾਨ ਸਾਹਿਬ ਵੀ ਕੀ ਬਲਵੰਤ ਸਿੰਘ ਰਾਜੋਆਣੇ ਦਾ ਲੱਗਦਾ ਨਹੀਂ ਵੀ ਉਹਨਾਂ ਨੇ ਕੌਮ ਲਈ ਕੁਝ ਕੀਤਾ? ਮੈਂ ਤਾਂ ਉਹਨਾਂ ਨੂੰ ਬਹੁਤ ਕਿਹਾ ਸੀਗਾ, ਮੈਂ ਤਾਂ ਕਿਹਾ ਸੀ ਮਾਨ ਸਾਹਿਬ ਜੀ ਤੁਸੀਂ ਬਜ਼ੁਰਗ ਹੋ, ਮੈਂ ਤੁਹਾਡੀ ਧੀ ਆ, ਸਾਡੇ ਘਰ ਦੀਆਂ ਕੰਧਾਂ ਵੀ ਤੁਹਾਨੂੰ ਵਾਸਤਾ ਪਾਉਂਦੀਆਂ ਨੇ, ਪਰ ਨਹੀਂ। ਹੁਣ ਕਿਵੇਂ ਲੱਗਦਾ ਲੋਕਾਂ ਦੇ ਵਿੱਚ ਜਾ ਰਹੇ ਹੋ? ਗੱਲਬਾਤ ਹੋਈ ਹੈ ਤੁਹਾਡੀ? ਕੱਲ ਦੀ ਮੈਂ ਤੁਹਾਨੂੰ ਇੱਕ ਘਟਨਾ ਦੱਸਦੀ ਸੀ। ਮੈਂ ਬਰਨਾਲਾ ਦੇ ਵਿੱਚ ਸੀ, ਤੁਸੀਂ ਮੰਨੋਗੇ ਨਹੀਂ ਕਿ ਇੱਕ ਮੇਰੇ ਮਨ 'ਚ ਹਲੇ ਵੀ ਆਉਂਦਾ ਕਿ ਮੈਂ ਉਹਨਾਂ ਬਜ਼ੁਰਗਾਂ ਨੂੰ ਜਾਣਾ। ਇੱਕ ਬਜ਼ੁਰਗ ਆਏ, ਪਿਆਰ ਦਿੱਤਾ, ਔਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀਗੇ ਜੀ। ਮੈਂ ਉੱਥੇ ਤਕਰੀਬਨ ਲੋਕਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਦੇਖਿਆ। ਮਲੇਰਕੋਟਲਾ ਵੀ ਅਸੀਂ ਗਏ, ਮਲੇਰਕੋਟਲੇ ਦੇ ਵੀ ਮਤਲਬ ਸਿੱਖਾਂ ਨੇ, ਮੁਸਲਮਾਨਾਂ ਨੇ, ਸਭ ਨੇ ਸਾਨੂੰ ਸਾਥ ਦੇਣ ਦਾ ਵਾਅਦਾ ਕੀਤਾ ਜੀ, ਕਿਉਂਕਿ ਇਹ ਸਾਡੀ ਕੋਈ ਅਸੀਂ ਰਾਜਨੀਤੀ ਕਰਨ ਨਹੀਂ ਆਏ, ਇਹ ਤਾਂ ਬੰਦੀ ਸਿੱਖਾਂ ਦੀ ਰਿਹਾਈ ਦਾ ਇੱਕ ਸੰਘਰਸ਼ ਹੈ ਜੀ, ਕਿ ਦਿੱਲੀ ਨੂੰ ਇੱਕ ਸੁਨੇਹਾ ਦਿੱਤਾ ਜਾ ਸਕੇ ਕਿ ਸਾਡੀ ਸਾਰੀ ਕੌਮ ਆ ਜਿਹੜੀ ਉਹ ਬੰਦੀ ਸਿੱਖਾਂ ਦੀ ਰਿਹਾਈ ਮੰਗ ਰਹੀ ਹੈ। ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਨੇ ਵੀ ਦਿੱਲੀ ਨੂੰ ਅਸੀਂ ਇੱਕ ਸੁਨੇਹਾ ਦੇਣਾਗਾ ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਜਾਂਦੇ ਹੋ। ਪਰ ਤੁਹਾਨੂੰ ਲੱਗਦਾ ਵੀ ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਚਲੇ ਗਏ, ਠੀਕ ਹੈ, ਮੈਸੇਜ ਚਲਾ ਜਾਣਾਗਾ, ਕੋਈ ਹੱਲ ਹੋ ਜਾਊਗਾ ਭਾਈ ਸਾਹਿਬ ਲਈ ਜਾਂ ਦੂਸਰੇ ਬੰਦੀ ਸਿੰਘਾਂ ਲਈ? ਬਿਲਕੁਲ ਹੋਏਗਾ ਜੀ। ਤੁਸੀਂ ਇਹ ਦੇਖੋ ਕਿ ਜੇਕਰ ਪੂਰੀ ਕੌਮ ਇਕੱਠੀ ਹੁੰਦੀ ਹੈ, ਇੱਕ ਸੁਨੇਹਾ ਜਾਂਦਾ, ਬਿਰਜੇ ਹੁਣਾਂ ਦੀ 100% ਰਿਹਾਈ ਹੋਊਗੀ ਜੀ, ਕਿਉਂਕਿ ਕੌਮ ਇਕੱਠੀ ਹੁੰਦੀ ਆ। ਕਿੱਥੇ ਤਾਂ ਅੱਜ ਤੱਕ ਮਤਲਬ ਬੰਦੀ ਸਿੱਖਾਂ ਦੇ ਪਰਿਵਾਰਾਂ ਨੂੰ ਜਾਂ ਬੰਦੀ ਸਿੱਖਾਂ ਨੂੰ, ਉਹ ਜੇਲ੍ਹ ਦੇ ਵਿੱਚ ਆ ਪਰਿਵਾਰ ਆ ਜਿਹੜੇ ਇਕੱਲੇ ਮੁਲਾਕਾਤਾਂ ਕਰਦੇ ਆ, ਸੰਘਰਸ਼ ਕਰਦੇ ਆ। ਜਿਹੜੇ ਦੂਸਰੇ ਭਰਾ ਨੇ ਬੰਦੀ ਸਿੰਘ, ਉਹਨਾਂ ਲਈ ਵੀ ਆਵਾਜ਼ ਚੱਕੋਗੇ? ਸਾਰੇ ਬੰਦੀ ਸਿੰਘਾਂ ਲਈ ਸੀ, ਸਾਰੇ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਅਸੀਂ ਤਾਂ ਮਤਲਬ ਸਾਡੇ ਲਈ ਤਾਂ ਸਾਰੇ ਇੱਕੋ ਜਿਹੇ ਆ ਸੀ। ਇੱਕ ਹੋਰ ਸੰਜੀਦਾ ਸਵਾਲ, ਖਾਸ ਕਰਕੇ ਰਾਜਨੀਤੀ ਦੇ ਨਾਲ ਵੀ ਜੁੜਿਆ ਹੋਇਆਗਾ, ਧਰਮ ਨਾਲ ਵੀ ਜੁੜਿਆ ਹੋਇਆਗਾ। ਜਦੋਂ ਅਕਾਲੀ ਸਰਕਾਰ ਸੀ, ਬੇਅਦਬੀ ਹੋਈ ਆ, ਗੋਲੀ ਵੀ ਚੱਲੀ, ਬਾਬਲ ਕਲਾਂ, ਕੋਟਪੁਰਾ ਗੋਲੀकांड, ਕਦੇ ਇਹਦੇ ਬਾਰੇ ਵੀ ਤੁਹਾਡੀ ਗੱਲਬਾਤ ਹੋਈ? ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਉੱਥੇ ਗਲਤੀ ਹੋਈ ਆ, ਤਾਂ ਕਰਕੇ ਵੀ ਉਹ ਵੀ ਕਿਤੇ ਨਾ ਕਿਤੇ ਇੱਕ ਹੋਰ ਨਜ਼ਰੀਏ ਨਾਲ ਅਕਾਲੀ ਦਲ ਨੂੰ ਦੇਖਣ ਲੱਗ ਗਏ ਲੋਕ। ਦੇਖੋ, ਜਿਹੜੀਆਂ ਅਸੀਂ ਰਾਜਨੀਤੀ ਕਰਨ ਤਾਂ ਬਿਲਕੁਲ ਵੀ ਨਹੀਂ ਆਏ ਹੈਗੇ, ਪਰ ਇੰਨੀ ਜ਼ਰੂਰ ਮਤਲਬ ਜਿੱਥੇ ਵੀਰ ਜੀ ਰਾਜੋਆਣਾ ਜੀ ਨੇ ਹਮੇਸ਼ਾ ਇੱਕ ਸਾਰਥਿਕ ਪੱਖ ਰੱਖਿਆਗਾ, ਜਿੱਥੇ ਕੋਈ ਗਲਤ ਆ ਉਹਨੂੰ ਗਲਤ ਕਿਹਾਗਾ ਵੀ ਜਿਹੜਾ ਵੀ ਕੁਛ ਇਹਨਾਂ ਤੋਂ ਹੋਇਆ ਸੀਗਾ ਉਹ ਚੀਜ਼ ਨੂੰ ਦੇਖਣਾ ਚਾਹੀਦਾ ਸੀ ਜੀ, ਬਿਲਕੁਲ ਦੇਖਣਾ ਚਾਹੀਦਾ ਸੀ। ਜਿੱਥੇ ਜਿੱਥੇ ਵੀ ਗਲਤੀ ਹੋਈ ਆ ਉਹਨੂੰ ਗਲਤੀ ਨੂੰ ਮੰਨਣਾ ਵੀ ਚਾਹੀਦਾ ਸੀ ਤੇ ਸੁਧਾਰਨਾ ਵੀ ਚਾਹੀਦਾ ਸੀ। ਮੈਨੂੰ ਤਾਂ ਐਂ ਲੱਗਦਾ ਕਿ ਜਦ ਵੀ ਮੈਂ ਗੱਲ ਕਰਦੀ ਆ ਤਾਂ ਮਤਲਬ ਤਾਂ ਹੀ ਸ਼ਾਇਦ ਇਹ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਇਹ ਆ ਕਿ ਬੰਦੀ ਸਿੱਖਾਂ ਦੀ ਰਿਹਾਈ ਕਰਵਾਈ ਜਾਵੇ ਜੀ। ਜੇ ਮੌਜੂਦਾ ਪੰਜਾਬ ਦੇ ਹਾਲਾਤ ਦੇਖਦੇ ਆ, ਖਾਸ ਕਰਕੇ ਉਹ ਦਿਨ ਤੇ ਅੱਜ ਦੇ ਦਿਨ, ਬਹੁਤ ਲੋਕ ਕਹਿੰਦੇ ਆ ਵੀ ਪੰਜਾਬ ਦਾ ਮਾਹੌਲ ਖਰਾਬ ਹੋਣ ਲੱਗ ਗਿਆ। ਪਿਛਲੇ ਦਿਨਾਂ ਦੇ ਵਿੱਚ ਕਿੱਡੀਆਂ ਘਟਨਾਵਾਂ ਹੋਈਆਂ, ਖਾਸ ਕਰਕੇ ਸਿੱਧੂ ਮੂਸੇਵਾਲੇ ਦੇ ਜਿਹੜੀ ਵਾਰਦਾਤ ਹੋਈ ਆ, ਗੋਲੀਆਂ ਚੱਲੀਆਂ ਗਈਆਂ। ਇਹ ਜਿਹੜਾ ਮਾਹੌਲ ਆ, ਤੁਸੀਂ ਉਹ ਮਾਹੌਲ ਇੱਕ ਪਹਿਲਾਂ ਵੀ ਦੇਖ ਚੁੱਕੇ ਹੋ, ਤੁਹਾਡੇ ਨਾਲ ਹੱਡੀ ਬੀਤੀ ਵੀ ਗੱਲ ਆ। ਤੁਹਾਨੂੰ ਕੀ ਲੱਗਦਾਗਾ ਵੀ ਆਮ ਆਦਮੀ ਪਾਰਟੀ ਦਾ ਕਸੂਰ ਆ? ਆਮ ਆਦਮੀ ਪਾਰਟੀ ਕਰਕੇ ਸਾਰਾ ਕੁਝ ਸਿਸਟਮ ਇਹਨਾਂ ਤੋਂ ਤਾਣਾ ਬਾਣਾ ਜਿਹੜਾ ਪ੍ਰਸ਼ਾਸਨਿਕ ਢਾਂਚਾ ਗਾ ਉਹ ਸੰਭਲ ਨਹੀਂ ਰਿਹਾ। ਜੇ ਆਮ ਆਦਮੀ ਪਾਰਟੀ ਨੂੰ ਇਹ ਸਵਾਲ ਸਿੱਧਾ ਹੁੰਦਾ, ਉਹ ਕਹਿੰਦੇ ਆ ਵੀ ਪਹਿਲਾਂ ਵਾਲਿਆਂ ਦੀਆਂ ਕਰਤੂਤਾਂ ਗੀਆਂ ਤਾਂ ਅਸੀਂ ਭੁਗਤ ਰਹੇ ਹਾਂ। ਤੁਸੀਂ ਕਿਵੇਂ ਦੇਖਦੇ ਹੋ? ਨਹੀਂ,
ਮੈਨੂੰ ਤਾਂ ਇੱਕ ਚੀਜ਼ ਹੀ ਯਾਦ ਆਉਂਦੀ ਹੈ ਜੀ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਅਸੀਂ ਬੰਦੀ ਸਿੱਖਾਂ ਦਾ ਸਾਥ ਦੇਵਾਂਗੇ, ਬੰਦੀ ਸਿੱਖਾਂ ਦੀ ਰਿਹਾਈ ਕਰਵਾਵਾਂਗੇ, ਬੰਦੀ ਸਿੱਖਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਦ ਉਹ ਮੁੱਖ ਮੰਤਰੀ ਬਣੇ ਤਾਂ ਜਿਹੜੇ ਸਾਡੇ ਵੀਰ ਜੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਨੇ, ਉਹਨਾਂ ਦੀ ਫਾਈਲ ਕੇਜਰੀਵਾਲ ਕੋਲ ਆ, ਉਹਨੇ ਇੱਕ ਸਾਈਨ ਦੇ ਨਾਲ ਰਿਹਾਈ ਹੁੰਦੀ ਆ। ਦੇਖੋ ਸੁਪਰੀਮ ਕੋਰਟ ਨੇ ਵੀ ਉਹਨਾਂ ਦੀ ਰਿਹਾਈ ਦੇ ਆਰਡਰ ਦਿੱਤੇ, ਕੇਂਦਰ ਸਰਕਾਰ ਨੇ ਵੀ ਉਹਨਾਂ ਦੀ ਰਿਹਾਈ ਦੇ ਆਰਡਰ ਦਿੱਤੇ, ਸਿਰਫ ਕੇਜਰੀਵਾਲ ਸਰਕਾਰ ਦੇ ਕੋਲ ਆ ਇੱਕ ਸਾਈਨ ਦੇ ਨਾਲ ਉਹਨਾਂ ਦੀ ਰਿਹਾਈ ਹੁੰਦੀ ਹੈ ਜੀ। ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਨੇ ਤੇ ਕਿਉਂ ਨਹੀਂ ਕੇਜਰੀਵਾਲ ਜੀ ਨੂੰ ਕਹਿੰਦੇ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਨੂੰ ਰਿਹਾ ਕਰੋ, ਘਰੇ ਭੇਜੋ? ਕਿ ਉਹਨਾਂ ਨੂੰ ਦਿਸਦਾ ਨਹੀਂ ਕਿ ਭੁੱਲਰ ਸਾਹਿਬ ਪਰਿਵਾਰ ਦੀ ਕੀ ਹਾਲਤ ਆ, ਕਿਸ ਤਰ੍ਹਾਂ ਸਾਡੇ ਉੱਥੇ ਹੀ ਘਰ ਆ, ਉਹਨਾਂ ਦਾ ਕਿਵੇਂ ਉਜੜਿਆ ਹੋਇਆ ਘਰ ਆ, ਕਿਸ ਤਰ੍ਹਾਂ ਉਹਨਾਂ ਦੇ ਮਾਂ-ਬਾਪ ਭੁੱਲਰ ਸਾਹਿਬ ਜੀ ਦੇ ਵੀ ਸਾਡੇ ਮਾਂ-ਬਾਪ ਦੀ ਤਰ੍ਹਾਂ ਉਡੀਕਦੇ ਦੁਨੀਆ ਤੋਂ ਚਲੇ ਗਏ, ਕਿੰਨਾ ਉਹਨਾਂ ਦੇ ਮਾਤਾ ਜੀ ਬਿਮਾਰ ਰਹੇ, ਉਹ ਵੀ ਬਠਿੰਡੇ ਜ਼ਿਲ੍ਹੇ ਦਾ ਹਾਂ ਉਹ ਵੀ ਬਠਿੰਡੇ ਜ਼ਿਲ੍ਹੇ ਤੇ। ਕਿ ਭਗਵੰਤ ਮਾਨ ਜੀ ਨੂੰ ਉਸ ਪਰਿਵਾਰ ਦਾ ਦਰਦ ਨਹੀਂ ਦਿਖਦਾ ਹੈਗਾ, ਉਜੜਿਆ ਹੋਇਆ ਘਰ ਨਹੀਂ ਦਿਖਦਾ ਹੈਗਾ? ਤੇ ਜਿਹੜੇ ਪਿੱਛੇ ਮੁਲਾਕਾਤਾਂ ਕਰਦੇ ਭੈਣ ਜੀ ਨਵਨੀਤ ਕੌਰ ਨੇ, ਮੇਰੀ ਉਹਨਾਂ ਦੇ ਨਾਲ ਗੱਲ ਹੋਈ ਸੀ, ਉਹ ਕਿੰਨੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਨੇ, ਪਰਿਵਾਰ ਮਗਰ ਜਾਂਦੇ ਜਾਂਦੇ ਕਿੰਨੇ ਦੁਖੀ ਹੁੰਦੇ ਨੇ, ਕਿੰਨੇ ਇਹ ਮੁਸ਼ਕਲਾਂ ਨੂੰ ਉਹਨਾਂ ਨੇ ਕਦੇ ਦੇਖਿਆ, ਕਦੇ ਸਮਝਿਆ ਜੀ? ਤੁਹਾਡੀ ਕਦੇ ਮੁਲਾਕਾਤ ਹੋਈ ਹੈ ਭਗਵੰਤ ਮਾਨ ਜੀ ਨਾਲ? ਨਹੀਂ ਜੀ, ਮੇਰੀ ਕੋਈ ਮੁਲਾਕਾਤ ਨਹੀਂ ਹੋਈ ਜੀ। ਅਸੀਂ ਤਾਂ ਸਿਰਫ ਉਹਨਾਂ ਦੇ ਬਿਆਨ ਹੀ ਸੁਣੇ ਆ ਕਿ ਬੰਦੀ ਸਿੱਖਾਂ ਲਈ ਅਸੀਂ ਇਹ ਕਰਾਂਗੇ, ਬੰਦੀ ਸਿੱਖਾਂ ਦੀ ਰਿਹਾਈ ਹੋਣੀ ਚਾਹੀਦੀ ਆ, ਪਰ ਭੁੱਲਰ ਸਾਹਿਬ ਜੀ ਦਾ ਮਸਲਾ ਤੁਹਾਡੇ ਸਾਹਮਣੇ ਆ ਜੀ। ਜੇ ਤੁਸੀਂ ਇਹ ਸਾਰੀ ਚੀਜ਼ ਨੂੰ ਸਮਝਦੇ ਹੋ, ਚਲੋ ਹੁਣ ਤੁਸੀਂ ਰਾਜਨੀਤੀ ਦੇ ਵਿੱਚ ਆਏ ਹੋ, ਵੋਟਾਂ ਦਾ ਰਿਜ਼ਲਟ ਜੋ ਵੀ ਰਹੇ, ਹਾਂਜੀ, ਪਰ ਇੰਨੀ ਉਮਰ ਦੇ ਵਿੱਚ ਜੋ ਵੀ ਤੁਸੀਂ ਸੰਤਾਪ ਭੋਗਿਆ, ਹੋਰ ਵੀ ਜਿਹੜੇ ਬੰਦੀ ਸਿੰਘ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲਦੇ ਰਹਿੰਦੇ ਹੋ, ਸਾਰਾ ਤੁਹਾਨੂੰ ਇਤਿਹਾਸ ਪਤਾ ਗਾ। ਇੱਕ ਜੇ ਵੱਡਾ ਸਵਾਲ ਖੜਾ ਹੁੰਦਾ ਵੀ ਸਿੱਖਾਂ ਨਾਲ ਵਿਤਕਰਾ ਹੁੰਦਾ ਹੀ ਕਿਉਂ ਆ, ਖਾਸ ਕਰਕੇ 47 ਤੋਂ ਬਾਅਦ? ਸੋਚਿਆ ਕਦੇ ਵੀ ਕਿਉਂ? ਕੀ ਤੁਸੀਂ ਇਹਦਾ ਕਨਕਲੂਜਨ ਕੱਢਿਆਗਾ ਵੀ ਹਾਂ ਇਹ ਗੱਲ ਕਰਕੇ ਸਿੱਖ ਨਾਲ ਵਿਤਕਰਾ ਹੁੰਦਾਗਾ? ਦੇਖੋ ਪਹਿਲਾਂ ਤਾਂ ਜਿਵੇਂ ਹੁਣ ਤਾਂ ਸਾਰੇ ਸੱਚ ਸਾਹਮਣੇ ਆ ਚੁੱਕੇ ਆ। ਜਿਵੇਂ ਤੁਸੀਂ ਜੀ.ਬੀ. ਸਿੱਧੂ ਰॉ ਦੇ ਸਕੱਤਰ ਨੇ, ਉਹਨਾਂ ਦੀ ਕਿਤਾਬ ਆ ਚੁੱਕੀ ਆ, ਉਹਨਾਂ ਨੇ ਇੰਟਰਵਿਊ 'ਚ ਕਿਹਾ ਵੀ ਕਾਂਗਰਸ ਨੇ ਆਪਦੀ ਸੱਤਾ ਪ੍ਰਾਪਤੀ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਟੇਰੀ ਕੀਤਾ। ਆਪਦੀ ਮਤਲਬ ਕਾਂਗਰਸ ਦਾ ਤਾਂ ਇੱਕ ਇਹੀ ਸੀਗਾ ਵੀ ਸਿੱਖਾਂ ਨੂੰ ਸਬਕ ਸਿਖਾਉਣਾ ਉਹਨਾਂ ਦਾ ਮੁੱਦਾ ਸੀਗਾ। ਸਿੱਖਾਂ ਨੂੰ ਸਬਕ ਸਿਖਾਉਣ ਲਈ, ਸੱਤਾ ਪ੍ਰਾਪਤੀ ਦੇ ਲਈ ਉਹਨਾਂ ਨੇ ਸਾਰਾ ਕੁਝ ਕੀਤਾ। ਮਤਲਬ ਕਿ ਰਾਜਨੀਤੀ ਸਿੱਖਾਂ ਨੂੰ ਮਾਰ ਕੇ ਕੀਤੀ ਉਹਨਾਂ ਨੇ। ਪਰ ਅਕਾਲੀ ਵੀ ਬੀਜੇਪੀ ਦੇ ਨਾਲ ਰਹੇ ਆ, ਖਾਸ ਕਰਕੇ ਸੱਤਾ ਦੇ ਵਿੱਚ ਰਹੇ ਆ, ਚਰਮ ਸੀਮਾ ਦੇ ਉੱਤੇ ਰਹੇ ਆ, ਉਦੋਂ ਕੋਈ ਕੋਸ਼ਿਸ਼ ਨਹੀਂ ਹੋਈ, ਉਦੋਂ ਇਹ ਚੀਜ਼ਾਂ ਨਹੀਂ ਹੋਈਆਂ ਵੀ ਭਾਈ ਸਾਹਿਬ ਜਾਂ ਜਿਹੜੇ ਬਾਕੀ ਸਿੰਘ ਨੇ ਉਹਨਾਂ ਨੂੰ ਬਾਹਰ ਲਿਆਂਦਾ ਜਾਵੇ? ਉਦੋਂ ਵੀ ਕਾਫੀ ਟਾਈਮ ਹੋ ਗਿਆ ਸੀ ਸਜ਼ਾ ਨੂੰ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ, ਜਿਵੇਂ ਵੀਰ ਜੀ ਰਾਜੋਆਣਾ ਜੀ ਦਾ ਕੇਸ ਆ, ਬਾਕੀ ਸਾਰਿਆਂ ਦੇ ਕੇਸ ਜਿਵੇਂ ਧਾਰਮਿਕ ਜਥੇਬੰਦੀਆਂ ਦੇਖਦੀਆਂ ਨੇ, ਵੀਰ ਜੀ ਰਾਜੋਆਣਾ ਜੀ ਦਾ ਕੇਸ ਸਭ ਤੋਂ ਇੱਕ ਐਸਾ ਕੇਸ ਸੀਗਾ ਕਿ ਵੀਰ ਜੀ ਨੇ ਅਦਾਲਤ ਦੇ ਵਿੱਚ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਅਦਾਲਤ ਦੇ ਵਿੱਚ ਕਾਤਲ ਨੂੰ ਕਾਤਲ ਕਿਹਾ ਸੀ। ਇਹ ਸਾਡਾ ਇਤਿਹਾਸ ਹੈ ਕਿ ਵੀਰ ਜੀ ਨੇ ਅਦਾਲਤ ਦੇ ਵਿੱਚ ਕਬੂਲ ਕੀਤਾ ਸੀਗਾ ਤੇ ਕਾਤਲ ਨੂੰ ਕਾਤਲ ਕਿਹਾ ਸੀ। ਸਿੱਖਾਂ ਤੇ ਹੋਏ ਜ਼ੁਲਮ ਤੇ ਬੇਇਨਸਾਫੀਆਂ ਨੂੰ ਰੱਖਿਆ ਸੀ, ਆਪਣੇ ਕੌਮੀ ਫਰਜ਼ ਨਿਭਾਏ ਸੀ ਵੀਰ ਜੀ ਰਾਜੋਆਣਾ ਜੀ ਨੇ। ਫਿਰ ਜਦੋਂ 2012 ਦੇ ਵਿੱਚ ਤਰੀਕ ਤੈਅ ਹੋਈ ਆ, ਵੀਰ ਜੀ ਨੇ ਕੋਈ ਵੀ ਅਪੀਲ ਕਰਨ ਤੋਂ ਇਨਕਾਰ ਕਰਤਾ ਸੀਗਾ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਕਮੇਟੀ ਨੇ ਅਪੀਲ ਪਾਈ। ਉਸ ਅਪੀਲ ਦੇ ਲਈ ਇਹਨਾਂ ਨੇ ਬਹੁਤ ਯਤਨ ਕੀਤੇ ਪਰ ਉਹਨਾਂ ਨੇ ਫੈਸਲਾ ਨਹੀਂ ਕੀਤਾ। ਤੁਸੀਂ ਇਹ ਦੇਖ ਲਓ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਸੀਗਾ ਕਿ 8 ਬੰਦੀ ਸਿੱਖਾਂ ਦੀ ਰਿਹਾਈ ਤੇ ਵੀਰ ਜੀ ਰਾਜੋਆਣਾ ਜੀ ਦੀ ਜਿਹੜੀ ਫਾਂਸੀ ਦੀ ਸਜ਼ਾ ਗਈ ਉਮਰ ਕੈਦ 'ਚ ਬਦਲੀ ਜਾਂਦੀ ਹੈ। ਪਰ ਉਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ। ਅੱਜ 2.5 ਸਾਲ ਦਾ ਸਮਾਂ ਬੀਤ ਗਿਆ ਜੀ। ਤੇ ਉਹਦੇ ਵਿੱਚ ਵੀ, ਉਸ ਨੋਟੀਫਿਕੇਸ਼ਨ ਦੇ ਵਿੱਚ ਵੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਆ, ਜਿਹੜੀ ਕਿ ਕੇਜਰੀਵਾਲ ਦੇ ਸਾਈਨ ਨਾ ਹੋਣ ਕਰਕੇ ਅੱਜ ਵੀਰ ਜੀ ਜੇਲ੍ਹ 'ਚ ਬੈਠੇ ਨੇ। ਤੇ ਗੁਰਦੀਪ ਸਿੰਘ ਖਹਿੜਾ ਜੀ, ਉਹਨਾਂ ਦੀ ਰਿਹਾਈ ਵੀ ਉਸ ਨੋਟੀਫਿਕੇਸ਼ਨ 'ਚ ਹੈਗੀ ਸੀਗੀ। ਉਹਨਾਂ ਦਾ ਕੇਸ ਕਰਨਾਟਕਾ ਵਾਲੇ ਮਤਲਬ ਉਹਨਾਂ ਦੀ ਰਿਹਾਈ ਨਹੀਂ ਕਰ ਰਹੇ। ਸਮਝ ਲਓ ਕਿ ਕੇਂਦਰ ਸਰਕਾਰ ਤੇ ਕਰਨਾਟਕਾ ਹੋ ਗਈ ਤੇ ਗੁਰਦੀਪ ਸਿੰਘ ਖਹਿੜਾ ਹੋ ਗਏ, ਵੀਰ ਜੀ ਹੋ ਗਏ, ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਦਾ ਜਿਹੜਾ ਉਹ ਨੋਟੀਫਿਕੇਸ਼ਨ ਤਾਂ ਜਾਰੀ ਕਰਤਾ, ਉਹਨੂੰ ਲਾਗੂ ਨਹੀਂ ਕੀਤਾ ਹੈਗਾ। ਤੇ ਉਸ ਤੋਂ ਹਾਂਜੀ, ਜੇ ਮੈਂ ਜਾਂਦੇ ਇੱਕ ਸਵਾਲ ਮੈਂ ਫਿਰ ਇੱਕ ਹੋਰ ਵੀ ਚੀਜ਼ ਮੈਂ ਇੱਥੇ ਦੱਸਦਾ ਕਿ ਫਿਰ ਮਤਲਬ ਸ਼੍ਰੋਮਣੀ ਕਮੇਟੀ ਨੇ ਮਤਲਬ ਕਿ ਉਹ ਜਿਹੜੀ ਅਪੀਲ ਸੀਗੀ ਪਾਈ ਹੋਈ ਉਹ ਤੇ ਫੈਸਲਾ ਹੋ ਜੇ, ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ
ਸੁਪਰੀਮ ਕੋਰਟ ਦੇ ਜੱਜਾਂ ਨੇ, ਚੀਫ ਜਸਟਿਸ ਨੇ ਵੀ 6 ਵਾਰੀ ਕੇਂਦਰ ਸਰਕਾਰ ਨੂੰ ਆਦੇਸ਼ ਕਰਤੇ ਕਿ ਮਤਲਬ ਕਿ ਤੁਸੀਂ ਫੈਸਲਾ ਕਰੋ, ਨੋਟੀਫਿਕੇਸ਼ਨ ਜਿਹੜਾ ਤੁਸੀਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਾਰੀ ਕੀਤਾ ਸੀ ਉਹਨੂੰ ਲਾਗੂ ਕਰੋ। ਸੁਪਰੀਮ ਕੋਰਟ ਦੇ 6 ਵਾਰ ਹੁਕਮਾਂ ਦੇ ਬਾਅਦ ਵੀ ਕੇਂਦਰ ਸਰਕਾਰ ਨੇ ਫੈਸਲਾ ਨਹੀਂ ਕੀਤਾ। ਤੇ ਅਸੀਂ ਤਾਂ ਮਤਲਬ ਇਹ ਆ ਕਿ ਵੀ ਇੱਕ ਤੋਂ ਬਾਅਦ ਇੱਕ ਸੰਘਰਸ਼, ਇੱਕ ਤੋਂ ਬਾਅਦ ਇੱਕ ਸੰਘਰਸ਼, ਹਰ ਸੰਘਰਸ਼ ਮਤਲਬ ਬੰਦੀ ਸਿੱਖਾਂ ਲਈ ਕੀਤਾ ਜਾ ਰਿਹਾ ਜੀ। ਇਹ ਵੀ ਉਹਦਾ ਹੀ ਆ ਕਿ ਇਹ ਵੀ ਸੁਨੇਹਾ ਦਿੱਲੀ ਨੂੰ ਦੇ ਕੇ ਦੇਖ ਲਈ ਕਿ ਸਾਡੀ ਸਾਰੀ ਸਿੱਖ ਕੌਮ ਆ ਜਿਹੜੀ ਬੰਦੀ ਸਿੱਖਾਂ ਦੀ ਰਿਹਾਈ ਚਾਹੁੰਦੀ ਹੈ ਜੀ। ਜੇ ਮੈਂ ਜਾਂਦੇ ਇੱਕ ਲਾਸਟ ਸਵਾਲ, ਹਾਲਾਂਕਿ ਦਰਦ ਬਹੁਤ ਆ, ਉਹ ਤੁਹਾਨੂੰ ਹੀ ਪਤਾਗਾ, ਕੈਮਰੇ ਦੇ ਸਾਹਮਣੇ ਵੀ ਕੋਈ ਚਲੋ ਜੇ ਅਸੀਂ ਗੱਲਾਂ ਆਉਂਦੀਆਂ ਗਈਆਂ ਉਹ ਚੀਜ਼ ਬਹੁਤ ਲੋਕ, ਤੁਹਾਨੂੰ ਕੀ ਲੱਗਦਾ ਜਿਹੜੇ ਲੋਕ ਨੇ, ਲੋਕਾਂ ਦਾ ਜਿਹੜਾ ਖੂਨ ਆ ਉਹ ਚਿੱਟਾ ਕਿਉਂ ਹੋ ਗਿਆ? ਕਿਉਂਕਿ ਸਿਰਫ ਚਲੋ ਹੁਣ ਤੁਸੀਂ ਵੋਟਾਂ 'ਚ ਖੜੇ ਹੋਏ ਹੋ, ਇੱਕ ਮਜਬੂਰੀ ਆ, ਬਹੁਤ ਚੀਜ਼ਾਂ ਲੋਕ ਸਮਝ ਰਹੇ ਨੇ, ਪਰ ਕੌਮ ਲਈ ਲੋਕ ਆ ਜਿਹੜੇ ਜਾਂ ਸਾਰੀ ਕੌਮ ਇੱਕ ਮੰਚ ਦੇ ਉੱਤੇ ਇਕੱਠੀ ਕਿਉਂ ਨਹੀਂ ਹੋ ਰਹੀ? ਇੰਨੇ ਸਾਲ ਹੋ ਗਏ, ਉਹ ਨੌਜਵਾਨ ਜਿਹੜੇ ਸੀਗੇ ਉਹਨਾਂ ਦੀਆਂ ਦਾੜੀਆਂ ਵੀ ਚਿੱਟੀਆਂ ਹੋ ਗਈਆਂ, ਉਹ ਬੁਢੇਪੇ ਦੇ ਵਿੱਚ ਆ ਗਏ, ਇੰਨੇ ਸੰਤਾਪ ਭੋਗ ਰਹੇ ਨੇ, ਕੌਮ ਕਿਉਂ ਪਾਸੇ ਹਟੀ ਵੀ ਆ? NRI ਵੀ ਕਹਿੰਦੇ ਨੇ, ਕੈਨੇਡਾ, ਅਮਰੀਕਾ, UK ਦੇ ਵਿੱਚ ਬੈਠੇ ਸਿੱਖ ਵੀ ਕਹਿੰਦੇ ਨੇ, ਬਹੁਤ ਕੁਛ ਹੁੰਦਾ, ਬਹੁਤ ਤਰ੍ਹਾਂ ਦੇ ਏਜੰਡੇ ਚੱਲਦੇ ਆ, ਤੁਹਾਨੂੰ ਵੀ ਪਤਾ ਗਾ, ਕਿਸੇ ਨੂੰ ਲੈਫਟਿਸਟ ਕਿਹਾ ਜਾਂਦਾ, ਰਾਈਟਿਸਟ, ਬਹੁਤ ਕੁਛ ਚੱਲਦਾ। ਤੁਹਾਨੂੰ ਕੀ ਲੱਗਿਆ ਵੀ ਕਿਉਂ ਨਹੀਂ ਇਕੱਠੇ ਹੋ ਰਹੇ? ਸਾਡੇ ਲਈ ਕਿਉਂ ਨਹੀਂ ਹੋ ਰਹੇ? ਜਿਨ੍ਹਾਂ ਲਈ ਅਸੀਂ ਸਭ ਕੁਝ ਕੀਤਾ ਉਹ ਸਾਡੇ ਲਈ ਨਹੀਂ ਇਕੱਠੇ ਹੋ ਰਹੇ। ਬਿਲਕੁਲ ਜੀ, ਇਹਦੇ 'ਚ ਇਹ ਚੀਜ਼ ਮੈਂ ਤਾਂ ਕਹਾਂਗੀ, ਦੇਖੋ ਵੀਰ ਜੀ ਹੁਣਾਂ ਨੇ ਤਾਂ ਜ਼ੁਲਮ ਦੇ ਖਿਲਾਫ ਚੱਲੇ ਸੀਗੇ, ਆਪਦੇ ਫਰਜ਼ ਨਿਭਾਤੇ, 25 30 ਸਾਲਾਂ ਤੋਂ ਆਪਦੇ ਘਰੇ ਨਹੀਂ ਪਰਤੇ ਹੈਗੇ, ਕਿੰਨੇ ਹਜ਼ਾਰਾਂ ਸ਼ਹੀਦੀਆਂ ਹੋਈਆਂ। ਜੇ ਅਸੀਂ ਹਜ਼ਾਰਾਂ ਸ਼ਹੀਦੀਆਂ ਹੋਣ ਦੇ ਬਾਵਜੂਦ ਮਤਲਬ ਐਨੇ ਵੀਰ ਜੀ ਹੁਣਾਂ ਦੇ 25 ਸਾਲ 30 ਸਾਲ ਹੋ ਗਏ ਜੀ, ਕਈਆਂ ਨੂੰ, ਗੁਰਦੀਪ ਸਿੰਘ ਖਹਿੜਾ ਜੀ ਨੂੰ ਤਾਂ 32 ਸਾਲ ਹੋ ਗਏ ਜੇ ਇਹਦੇ ਬਾਅਦ ਵੀ ਅਸੀਂ ਇਕੱਠੇ ਨਹੀਂ ਹੁੰਦੇ, ਸਾਡੇ ਨਾਲ ਇੰਨੀਆਂ ਬੇਇਨਸਾਫੀਆਂ ਦੇ ਬਾਅਦ ਵੀ ਅਸੀਂ ਇਕੱਠੇ ਨਹੀਂ ਹੋ ਰਹੇ, ਤਾਂ ਇਹਦਾ ਮਤਲਬ ਇਹ ਆ ਕਿ ਜਿਹੜੇ ਲੋਕ ਇਕੱਠੇ ਨਹੀਂ ਹੁੰਦੇ ਉਹ ਕੌਮੀ ਫਰਜ਼ਾਂ ਤੋਂ ਭਗੌੜੇ ਆ ਜੀ। ਕਿਉਂਕਿ ਬੰਦੀ ਸਿੰਘ ਵੀਰ ਆਪਦੇ ਫਰਜ਼ ਨਿਭਾ ਚੁੱਕੇ ਆ, ਬੰਦੀ ਪਰਿਵਾਰ ਆਪਦੇ ਫਰਜ਼ ਨਿਭਾ ਰਹੇ ਨੇ, ਤੇ ਮੈਂ ਤਾਂ ਇਹ ਕਹਾਂਗੀ ਕਿ ਉਹਨਾਂ ਨੂੰ ਵੀ ਜਿਵੇਂ ਸਾਡੇ ਬੰਦੀ ਸਿੱਖ ਵੀਰਾਂ ਨੇ ਆਪਣੇ ਕੌਮੀ ਫਰਜ਼ ਨਿਭਾਏ ਨੇ, ਸ਼ਹੀਦਾਂ ਨੇ ਆਪਣੇ ਫਰਜ਼ ਨਿਭਾਏ ਨੇ, ਉਹਨਾਂ ਨੂੰ ਵੀ ਇਕਤਾ ਕਰਕੇ ਆਪਣੇ ਕੌਮੀ ਫਰਜ਼ ਨਿਭਾਉਣੇ ਚਾਹੀਦੇ ਆ, ਨਹੀਂ ਤਾਂ ਇਤਿਹਾਸ ਉਹਨਾਂ ਨੂੰ ਕਦੇ ਮਾਫ ਨਹੀਂ ਕਰੇਗਾ ਜੀ। ਜੇ ਘਟਨਾਵਾਂ ਦੀ ਗੱਲ ਕਰਦੇ ਆ, ਤੁਹਾਡੇ ਚੇਤੇ ਦੇ ਵਿੱਚ ਬਹੁਤ ਕੁਝ ਹੋਊ, ਕੁਝ ਸਾਂਝਾ ਕਰਨਾ ਚਾਹੋਗੇ ਦਰਸ਼ਕਾਂ ਨਾਲ? ਮੈਂ ਤਾਂ ਬਸ, ਮੇਰੀ ਤਾਂ ਇੰਨੀ ਸੰਗਰੂਰ ਵਾਸੀਆਂ ਨੂੰ ਇੰਨੀ ਅਪੀਲ ਆ ਕਿ ਸੰਗਰੂਰ ਦਾ ਇੱਕ ਬਹੁਤ ਵੱਡਾ ਇਤਿਹਾਸ ਆ ਜੀ। ਸੰਗਰੂਰ ਦੀ ਧਰਤੀ ਤੇ ਵੱਡਾ ਘੱਲੂਘਾਰਾ ਹੋਇਆ ਸੀ, ਤੇ ਉਦੋਂ ਵੀ ਮਤਲਬ ਸਾਡੀ ਜਿਹੜੀ ਕੌਮ ਸੀਗੀ ਜ਼ਬਰ ਜ਼ੁਲਮ ਦੇ ਵਿਰੁੱਧ ਲੜਦੀ ਅੱਧੀ ਕੌਮ ਖਤਮ ਹੋ ਗਈ ਸੀਗੀ। ਤੇ ਇਹੀ ਸੰਗਰੂਰ ਦੀ ਧਰਤੀ ਆ ਜਿੱਥੋਂ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲੇ ਬਾਗ ਦਾ ਵਿਦੇਸ਼ ਦੀ ਧਰਤੀ ਤੇ ਜਾ ਕੇ ਬਦਲਾ ਲਿਆ ਸੀਗਾ। ਤੇ ਮੇਰੀ ਤਾਂ ਮਤਲਬ ਨੌਜਵਾਨ ਵੀਰਾਂ ਨੂੰ ਇਹੀ ਅਪੀਲ ਆ ਕਿ ਇਸ ਦਰਦ ਨੂੰ ਮਹਿਸੂਸ ਕਰਦੇ ਹੋਏ ਤੁਸੀਂ ਮਤਲਬ ਕਿ ਸਾਰੇ ਸਾਡਾ ਸਾਥ ਦਿਓ, ਸਾਰੇ ਵੀਰ ਭੈਣ ਸਾਰੇ ਸਾਡਾ ਸਾਥ ਦੇਣ। ਜਿਸ ਤਰ੍ਹਾਂ ਮਲੇਰਕੋਟਲਾ ਦੇ ਜਿਹੜੇ ਨਵਾਬ ਸ਼ੇਰ ਮੁਹੰਮਦ ਖਾਨ ਸੀਗੇ, ਉਹਨਾਂ ਨੇ ਜਿਵੇਂ ਗੁਰੂ ਦੇ ਲਾਲਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ ਸੀਗਾ, ਅੱਜ ਸਾਡੇ ਸਾਰੇ ਸਿੱਖਾਂ ਦੇ ਲਈ ਵੀ ਇਹ ਆ ਕਿ ਆਪਣੇ ਗੁਰੂ ਦੇ ਲਾਲਾਂ ਦੇ ਲਈ, ਜਿਹੜੇ ਬੰਦੀ ਸਿੱਖ ਗੁਰੂ ਦੇ ਲਾਲ ਨੇ, ਉਹਨਾਂ ਦੇ ਲਈ ਹਾਂ ਦਾ ਨਾਅਰਾ ਮਾਰੋ। ਤੁਹਾਡੀ ਵੋਟ ਆ ਜਿਹੜੀ ਉਹ ਇੱਕ ਹਾਂ ਦਾ ਨਾਅਰਾ ਹੋਏਗੀ ਜੀ। ਜੀ ਭੈਣ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਬੀਬਾ ਕਮਲਦੀਪ ਕੌਰ ਰਾਜੂਆਣਾ। ਜੇ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ, ਵੋਟਾਂ ਇੱਕ ਪਾਸੇ ਆ, ਠੀਕ ਆ, ਪਰ ਜੇ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ, ਮੀਡੀਆ ਦਾ ਇੱਕ ਆਪਣਾ ਫਰਜ਼ ਵੀ ਬਣਦਾ ਹੈਗਾ। ਜਿੱਤ ਹਾਰ ਬਣੀ ਹੋਈ ਆ, ਪਰ ਹਾਂ ਜ਼ਰੂਰ ਵੋਟਾਂ ਤੋਂ ਬਾਅਦ ਵੀ ਮੇਰੀ ਵੀ ਅਪੀਲ ਆ, ਅਸੀਂ ਵੀ ਕੋਸ਼ਿਸ਼ ਕਰਾਂਗੇ ਉਹ ਪਰਿਵਾਰ ਦੇ ਇਤਿਹਾਸ ਦੇ ਨਾਲ ਜ਼ਰੂਰ ਅੱਜ ਦੀ ਪੀੜ੍ਹੀ ਨੂੰ ਜਾਣੂ ਕਰਾਇਆ ਜਾਵੇ। ਖਾਸ ਕਰਕੇ ਭਾਈ ਰੁਪਿੰਦਰ ਸਿੰਘ ਗੋਲਡੀ, ਜੋ ਕਿ ਮਹਿਰਾਜ ਦੇ ਵਾਸੀ ਨੇ, ਹੁਣ ਉਹਨਾਂ ਦਾ ਘਰ ਆ ਜਿਹੜਾ ਉਹ ਪਿਪਲੀ ਪਿੰਡ ਦੇ ਵਿੱਚ ਪੈਂਦਾ ਗਾ, ਪੱਤੀ ਕਰਮਚੰਦ, ਜ਼ਿਲ੍ਹਾ ਬਠਿੰਡਾ, ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ। ਹਾਲਾਂਕਿ ਉਹਨਾਂ ਦੇ ਘਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਹੈਗੀਆਂ। ਜ਼ਰੂਰ ਅੱਜ ਦੀ ਪੀੜ੍ਹੀ ਨੂੰ ਦੱਸਿਆ ਜਾਵੇ ਵੀ ਉਹ ਲੋਕ ਕੌਣ ਸੀ, ਜਾਂ ਉਹ ਲੋਕ ਕਿੰਨਾਂ ਲਈ ਲੜੇ ਤੇ ਕਿਉਂ ਲੜੇ, ਕਿੰਨੀ ਉਮਰ ਸੀ। ਭਾਈ ਗੋਲਡੀ ਜੀ ਦੀ ਉਮਰ 18.5 ਸਾਲ ਦੀ ਸੀਗੀ, ਪੜ੍ਹਦੇ ਹੁੰਦੇ ਸੀਗੇ, ਤੇ ਕਿਉਂ ਉਹ ਉਧਰ ਗਏ, ਕੀ ਉਹਨਾਂ ਦੀ ਮਜਬੂਰੀ ਸੀ, ਕੀ ਉਹ ਤੁਹਾਡੇ ਲਈ ਗਏ? ਇਹ ਵੀ ਇੱਕ ਵੱਡਾ ਸਵਾਲ ਆ, ਤੇ ਸੋਚਿਓ ਜ਼ਰੂਰ। ਅੱਗੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ ਜੀ, ਸਮਾਂ ਦਿੱਤਾ।